ਲਿਖਿਅੰਤੇ ਤਾ ਪ੍ਰਸਾਦ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਦੋਹਰਾ ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿਤ ਚਿਤ ਲਾਏ पूर्ण करो ग्रंथ है तुम मोह करो सहाय। नमस्कार श्री खड़ग को करो सो हथ चित लाए। मैं श्री खड़ग नू सर्वश्रेष्ठ खड़ग नू सर्वश्रेष्ठ खड़ग नू सर्व खड़ग हुंदी है असल दे विच जिथे तां लड़ाई है दुनियावी जिहड़ी ਸਰੀਰਕ ਲੜਾਈ ਹੈ ਤਲਵਾਰਾਂ ਤੀਰਾਂ ਦੀ ਲੜਾਈ ਹੈ ਜਿੱਥੇ ਖੂਨ ਨਿਕਲਦਾ ਜਿਵੇਂ ਰਾਜੇ ਲੜ ਦੁਨਿਆਵੀ ਲੜਾਈ ਹੈ ਉਹ ਖੜਕਤਾ ਹੁੰਦੀ ਹੈ ਲੋਹੇ ਦੀ। ਜਿੱਥੇ ਅਕਲ ਦੀ ਲੜਾਈ ਹੈ ਉੱਥੇ ਖੜਕ ਹੁੰਦੀ ਹੈ ਅਕਲ। ਜਿੱਥੇ ਗਿਆਨ ਚਰਚਾ ਦੀ ਲੜਾਈ ਹੈ ਗਿਆਨ ਸ਼ਬਦਿਕ ਜੰਗ ਹੈ ਸ਼ਬਦ ਬਾਣ ਜਿਵੇਂ ਕਹਿੰਦੇ ਨੇ ਸ਼ਬਦ ਬਾਣ ਚੱਲਦੇ ਨੇ ਉੱਥੇ ਜਿਹੜੀ ਅਕਲ ਹੁੰਦੀ ਹੈ ਬੁੱਧ ਹੁੰਦੀ ਹੈ ਉਹ ਖੜਗ ਹੁੰਦੀ ਹੈ। ਸ੍ਰੀ ਖੜਗ ਕੌਣ ਹੈ? ਵਿਵੇਕ ਬੁੱਧੀ ਦਾ ਨਾਮ ਸ੍ਰੀ ਖੜਗ ਹੈ। ਸਰਵ ਸ੍ਰੇਸ਼ਟ ਖੜਗ ਹੈ ਵਿਵੇਕ ਬੁੱਧੀ। ਏਦਾਂ ਉੱਤੇ ਦੀ ਬੁੱਧੀ ਨਹੀਂ ਕੋਈ। ਇਹਦਾ ਵਾਰ ਕੋਈ ਨਹੀਂ ਬਚਾ ਸਕਦਾ। ਕੋਈ ਢਾਲ ਨਹੀਂ ਇਹਦੇ ਵਾਸਤੇ ਬਣੀ ਹੋਈ। ਸੰਤੋਖ ਦੇ ਉੱਤੇ ਚੱਲਦੀ ਨਹੀਂ। ਸੰਤੋਖ ਤੇ ਤੈਨੂੰ ਲੋੜੇ ਨਹੀਂ ਪੈਂਦੀ ਕੱਟਣ ਦੀ। ਸੰਤੋਖ ਤਾਂ ਪੈਦਾ ਕਰਦੀ ਹੈ। ਸੰਤੋਖ ਤਾਂ ਜਿਹਦੇ ਹੱਥ 'ਚ ਉਹ ਸੰਤੋਖੀ ਹੈ। ਸੰਤੋਖ ਦੀ ਤਾਂ ਰੱਖਿਆ ਕਰਦੀ ਹੈ। ਸੰਤੋਖ ਦੇ ਖਿਲਾਫ ਨਹੀਂ ਚੱਲਦੀ ਹੈ। ਇਹ ਚੱਲਦੀ ਹੈ ਲੋਭ ਦੇ ਹੰਕਾਰ ਦੇ ਮੋਹ ਦੇ ਬਕਾਰਾਂ ਦੇ ਖਿਲਾਫ ਚੱਲਦੀ ਹੈ। ਗੁਣਾਂ ਦੇ ਖਿਲਾਫ ਨਹੀਂ ਚੱਲਦੀ ਔਗਣਾਂ ਦੇ ਖਿਲਾਫ ਚੱਲਦੀ ਹੈ। ਔਗਣ ਕੱਟਣ ਵਾਲੀ ਹੈ ਖੜਗ। ਬੁਰਾਈ ਦੇ ਖਿਲਾਫ ਲੜਦੀ ਹੈ। ਧੱਕੇਸ਼ਾਹੀ ਦੇ ਖਿਲਾਫ ਲੜਦੀ। ਸ਼ਬਦਕ ਜੰਗੇ ਕਰਦੀ ਹੈ। ਪਰ ਇਹ ਤਾਂ ਸਿੱਖਿਆ ਦੀ ਲੜਾਈ ਕਰਦੀ ਹੈ ਵੀ ਆਹ ਨਾ ਕਰੋ ਆਹ ਨਹੀਂ ਕਰਨਾ ਚਾਹੀਦਾ ਆਹ ਗੱਲ ਗਲਤ ਹੈ। ਭੁੱਖੇ ਮੁੱਲਾਂ ਘਰੇ ਮਸੀਤ ਇਹ ਤਾਂ ਇਹੋ ਜਿਹੀ ਗੱਲ ਕਹਿੰਦੀ ਹੈ। ਚੁੱਪ ਵੀ ਤਾਂ ਕਹਿੰਦੀ ਹੈ ਵੀ ਹਟ ਜਾਵੇ। ਚੁੱਪ ਵੀ ਗੱਲ ਤਾਂ ਵੀ ਹਟ ਜਾਵੇ ਛੱਡ ਦੇਵੇ ਬੁਰੀ ਲੱਗੇ ਜਿਹੜੀ ਨਰਾਦਰੀ ਹੈ ਗੱਲ ਦੇ ਵਿੱਚ ਕਿ ਛੱਡ ਦੇਵੇ। ਪਰ ਉਹ ਉਲਟੇ ਇਹ ਸ਼ਬਦ ਝੂਠ ਸੱਚ ਤੋਂ ਹਾਰ ਖਾ ਕੇ ਉਹ ਦੂਈ ਜੰਗ ਤੇ ਉਤਰਿਆ ਹੁੰਦਾ। ਇੱਥੇ ਦਾ ਸਿਰਫ ਗਿਆਨ ਖੜਨ ਦੀ ਗੱਲ ਹੈ। ਧਰਮ ਚਰਚਾ ਵਿੱਚ ਜਿੱਥੇ ਧਰਮ ਗ੍ਰੰਥ ਹੋਣਗੇ ਉੱਥੇ ਮਹਿਜ਼ ਗਿਆਨ ਦੀ ਲੜਾਈ ਦੀ ਗੱਲ ਹੁੰਦੀ। ਮਹਿਜ਼ ਗਿਆਨ ਦੀ ਜਿਹੜਾ ਦੂਏ ਗ੍ਰੰਥ ਜਿਹੜੀਆਂ ਦੂਈਆਂ ਲੜਾਈਆਂ ਨੇ ਉਹ ਇਤਿਹਾਸ ਹੁੰਦਾ। ਇਤਿਹਾਸ ਧਰਮ ਨਹੀਂ ਹੁੰਦਾ। ਉਹ ਲੜਾਈ ਦਾ ਧਰਮ ਆ। ਧਰਮ ਦਾ ਮਤਲਬ ਕੋਈ ਨਹੀਂ ਹੈ। ਉੱਥੇ ਧਰਮ ਕਿੱਥੇ ਹੁੰਦਾ? ਉਹ ਲੜਾਈ ਚ ਇਨਸਾਫ ਨਹੀਂ ਹੋ ਸਕਦਾ। ਉਹ ਤਾਂ ਸ਼ਰੀਫ ਆਦਮੀ ਉਹਨਾਂ ਦੀ ਆਪਣੀ ਲੜਾਈ ਕੋਈ ਨਹੀਂ ਹੁੰਦਾ ਬਣਨ ਵਾਲਿਆਂ ਦੀ ਵਿਚਾਰਿਆਂ ਦੀ। ਉਹਦੇ ਪੈਸੇ ਨੂੰ ਢਿੱਡ ਦੀ ਭੁੱਖ ਨੂੰ ਜਾਂ ਨਿਆਣੇ ਪਾਲ ਨੂੰ ਭਰਤੀ ਹੋਏ ਹੁੰਦੇ ਨੇ ਮਰ ਜਾਂਦੇ ਨੇ। ਉਹ ਲੜਾਉਣ ਵਾਲੇ ਫਿਰ ਪਿੱਛੇ ਬੈਠੇ ਰਹਿੰਦੇ। ਧਰਮ ਦੇ ਗ੍ਰੰਥਾਂ ਜਿਹੜੀ ਜੰਗ ਹੁੰਦੀ ਹੈ ਉਹ ਮਹਿਜ਼ ਗਿਆਨ ਚਰਚਾ ਦੀ ਜੰਗ ਹੁੰਦੀ ਹੈ। ਉਹਨੂੰ ਦੂਈ ਲੜਾਈ ਸਮਝਣਾ ਜਿਹੜੇ ਸਮਝਦੇ ਨੇ ਉਹ ਧਾਰਮਿਕ ਲੋਕ ਹੁੰਦੇ ਨਹੀਂ ਨਾ ਉਹਨਾਂ ਨੂੰ ਧਾਰਮਿਕ ਗਿਆਨ ਹੁੰਦਾ। ਇਹਦਾ ਮਤਲਬ ਧਰਮ ਗਿਆਨ ਤੋਂ ਸਖਣੇ ਹੁੰਦੇ ਨੇ। ਉਹ ਇਹਨੂੰ ਦੂਈ ਲੜਾਈ ਸਮਝ ਲੈਂਦੇ ਨੇ। ਜਿਵੇਂ ਹੁਣ ਸਵਈਆਂ ਚ ਕਹਿੰਦੇ ਨੇ ਭੱਟ ਨਾਨਕ ਰਾਜ ਚਲਾਇਓ। ਨਾਨਕ ਨੇ ਰਾਜ ਚਲਾਇਆ। ਭਾਈ ਰਾਜ ਤਾਂ ਦੂਏ ਨੂੰ ਜਿੱਤ ਕੇ ਹੀ ਚੱਲਦਾ। ਜੇ ਕਿਸੇ ਨੇ ਰਾਜ ਚਲਾਉਣਾ ਹੋਵੇ ਜਿਹੜੇ ਪਹਿਲੇ ਰਾਜੇ ਨੇ ਉਹਨਾਂ ਨੂੰ ਜਿੱਤ ਕੇ ਹੀ ਚੱਲਦਾ ਹੈ। ਜਿਨ੍ਹਾਂ ਦਾ ਰਾਜ ਸੀ ਜਿਹੜੇ ਬਣੇ ਬੈਠੇ ਸੀ ਆਗੂ ਸਾਰਿਆਂ ਕੋਲ ਜਾ ਕੇ ਸਾਰਿਆਂ ਨੂੰ ਆਪਣਾ ਸਿੱਕਾ ਬਣਾਇਆ ਸੱਚ ਦਾ ਕਿ ਜੋ ਆ ਮੱਤ ਹੈ ਪਰਮੇਸ਼ਰ ਦੀ ਇਹ ਠੀਕ ਹੈ ਇਹ ਤੁਹਾਡੇ ਵਾਲੀ ਠੀਕ ਹੈ। ਦੱਸੋ ਜਿਹੜੇ ਦਾ ਸੀਗੇ ਠੀਕ ਤਾਂ ਸਾਰਿਆਂ ਨੂੰ ਮੰਨਣੀ ਪੈਣੀ ਸੀ। ਠੀਕ ਤਾਂ ਸਾਰਿਆਂ ਨੇ ਉਹ ਗਏ ਉਹਨਾਂ ਕੋਲ ਨੇ ਜਿਹੜੇ
ਜਿਹਨੂੰ ਇਲਾਕੇ ਦੇ ਲੋਕ ਕਹਿੰਦੇ ਵੀ ਚੰਗੇ ਨੇ, ਵੀ ਬੰਦੇ ਬਹੁਤ ਵਧੀਆ ਨੇ, ਚੰਗੇ ਨੇ, ਧਾਰਮਿਕ ਬੰਦੇ ਨੇ, ਨੇਕ ਖਿਆਲਾਂ ਦੇ ਨੇ, ਉਹਨਾਂ ਕੋਲੇ ਗਏ। ਉਹਨਾਂ ਕੋਲ ਜਾਣ ਦਾ ਹੀ ਫਾਇਦਾ ਸੀ, ਦੂਜਿਆਂ ਕੋਲ ਜਾਣ ਦਾ ਫਾਇਦਾ ਕੋਈ ਨਹੀਂ ਸੀ। ਉਹਦੇ ਵਾਸਤੇ ਉਹਨਾਂ ਨੇ ਕਹਿਤਾ ਮੂਰਖ ਨਾਲ ਨਾ ਰੁੱਝੀਏ, ਪੜ੍ਹ ਖਰੇ ਹੋ ਬੁੱਝੀਏ। ਉਹਦੇ ਖਾਤਰ ਤਾਂ ਅਲੱਗ ਲਿਖੀ ਹੋਈ ਹੈ ਲਾਈਨ, ਸਾਰਿਆਂ ਕੋਲ ਜਾਣ ਦੀ ਲੋੜ ਨਹੀਂ ਸੀ। ਸਾਰਿਆਂ ਨੇ ਕੁਝ ਐਸੇ ਸੀਗੇ ਜਿਨ੍ਹਾਂ ਨੂੰ ਇਹ ਸੀ ਵੀ ਸਾਨੂੰ ਮਿਲਿਆ ਨਹੀਂ ਹੈ ਕੁਝ, ਉਹਨਾਂ ਨੂੰ ਮਿਲ ਗਿਆ, ਸਮਝ ਆ ਗਈ, ਅਪਣਾ ਲਈ ਜਿੰਨੀ ਕਪੜਾ ਹੋਈ, ਜਿੰਨੀ ਕੁ ਗੱਲ ਉਹਨਾਂ ਨੂੰ ਸਮਝ ਆ ਗਈ। ਥੋੜੇ ਟਾਈਮ 'ਚ ਕਿੰਨੀ ਕੁ ਸਮਝ ਆਉਣੀ ਸੀ, ਆਪ ਕਰ ਲਈ, ਅਪਣਾ ਲਈ, ਗਾਹਾਂ ਪਿੱਛੇ ਵਾਲਾ ਕੋਈ ਨਾ ਰਿਹਾ। ਕਮ ਸੇ ਕਮ ਨਾਂ ਜ਼ਰੂਰ ਨਾਨਕ ਦਾ ਹੋ ਗਿਆ, ਜਿੱਥੇ ਜਿੱਥੇ ਉਹ ਗਏ। ਉਹ ਬੰਦਿਆਂ ਨੇ ਨਾਂ ਜ਼ਰੂਰ ਰੱਖਿਆ ਵੀ ਹਾਂ ਕੋਈ ਨਾਨਕ ਆਇਆ ਸੀ, ਉਹਦੇ ਕੋਲ ਗੱਲ ਪੂਰੀ ਸੀ। ਇਹ ਉਹਨਾਂ ਨੇ ਜ਼ਰੂਰ ਇਮਾਨਦਾਰੀ ਦੀ ਗੱਲ ਕੀਤੀ, ਉਸੇ ਕਰਕੇ ਸਾਰੇ ਨਾਂ। ਉਹ ਬੰਦੇ ਜਿਨ੍ਹਾਂ ਕੋ ਗਏ 10 ਦਿਨ ਜਾਂ 20 ਦਿਨ ਜਿੰਨਾ ਚਿਰ ਵੀ ਰਹੇ, ਉਹਨਾਂ ਨੇ ਨਾਨਕ ਦਾ ਨਾਂ ਜਿੰਦਾ ਰੱਖਿਆ, ਕਿਹਾ ਵੀ ਹਾਂ ਉਹ ਪ੍ਰਚਾਰ ਕੀਤਾ, ਉਹਨਾਂ ਨੇ ਕੀਤਾ। ਨਹੀਂ 10 ਦਿਨ ਰਹੇ ਤੇ ਆਦਮੀ ਦਾ ਪਤਾ ਵੀ ਨਹੀਂ ਲੱਗਦਾ, ਦੂਏ ਤਾਂ ਭੁੱਲੇ ਜਾਂਦੇ ਨੇ। ਉਹ ਲੋਕਾਂ ਨੇ ਕੀਤਾ ਪ੍ਰਚਾਰ ਬਾਅਦ 'ਚ, ਚਾਹੇ ਮੱਤ ਤਾਂ ਉਹਨਾਂ ਦੀ ਨਹੀਂ, ਉਹਨਾਂ ਨੂੰ ਪਤਾ ਲੱਗਿਆ ਵੀ ਕੀ ਹੈ, ਕਿਉਂਕਿ ਬੋਲੀ ਦਾ ਫਰਕ ਹੁੰਦਾ। ਬਾਅਦ 'ਚ ਪ੍ਰਚਾਰ ਕਰਨ ਵਾਲਾ ਨਹੀਂ ਰਿਹਾ। ਉਹ ਸਮਝਦਾ ਤੇ ਭਗਤਾਂ ਦਾ ਮੱਤ ਦਾ, ਭਗਤਾਂ ਦੀ ਮੱਤ ਦਾ ਕੋਈ ਅਸਰ ਹੋਊ ਸ਼ਾਇਦ। ਭਗਤਾਂ ਦੇ ਪਿੱਛੇ ਕੋਈ ਐਸਾ ਆਦਮੀ ਨਹੀਂ ਸੀਗਾ ਜਿਹੜਾ ਜਿਹਨੂੰ ਪੂਰੀ ਸਮਝ ਹੁੰਦੀ। ਭਗਤ ਕਾਲ ਤੋਂ ਬਾਅਦ ਗੁਰੂ ਨਾਨਕ ਨੂੰ ਸਮਝ ਆਈ ਹੈ ਇਸ ਵਕਤ ਦੀ ਦੁਬਾਰਾ। ਇਸ ਕਰਕੇ ਗੁਰੂ ਨਾਨਕ ਨੇ ਮੱਤ ਪ੍ਰਗਟ ਕੀਤੀ ਹੈ ਦੁਬਾਰਾ। ਉਹ ਚੰਡੀ ਦੀ ਵਾਰ ਜਿਹੜਾ ਲਿਖਿਆ ਨਾ, ਪਿਰਥੋਂ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਤੇ ਆਏ। ਦਸਮ ਪਾਤਸ਼ਾਹ ਨੇ ਮੈਂ ਉਹੀ ਭਗਉਤੀ ਤੇ ਆਏ ਨੂੰ ਸਿਮਰਦਾ ਜਿਹੜੀ ਗੁਰੂ ਨਾਨਕ ਨੇ ਧਿਆਈ ਸੀ, ਗੁਰੂ ਨਾਨਕ ਦੇ ਧਿਆਨ ਵਿੱਚ ਆਈ ਸੀ, ਜਿਹੜੀ ਗਿਆਨ ਖੜ੍ਹ ਗੁਰੂ ਨਾਨਕ ਨੇ ਪ੍ਰਗਟ ਕੀਤੀ ਸੀ। ਫਿਰ ਜੋੜਤਾ ਲੋਕਾਂ ਨੇ, ਦਸਮ ਪਾਤਸ਼ਾਹ ਨੇ ਚੰਡੀ ਪ੍ਰਗਟ ਕੀਤੀ ਹੈ। ਕਿ ਚੰਡੀ ਦੀ ਵਾਰ ਜੋ ਉਹਨਾਂ ਨੇ ਲਿਖਦੀ, ਚੰਡੀ ਚਰਿੱਤਰ ਜੋ ਲਿਖਦਾ, ਇਹ ਸ਼ਰਾਰਤੀ ਪੰਡਤਾਂ ਨੇ ਗੱਲ ਜੋੜ ਲਈ ਵੀ ਉਹਦਾ ਚੰਡੀ ਦਾ ਪੁਜਾਰੀ ਸੀ, ਚੰਡੀ ਪ੍ਰਗਟ ਕੀਤੀ ਹੈ ਜੀ, ਉਹ ਨਾਨਾ ਦੇ ਵੀ ਗਿਆ ਜੀ, ਉਹ ਕੀਤਾ, ਐਵੇਂ ਹੀ ਜੋੜ ਲੈ। ਸੰਤੋਖ ਨੇ ਲਿਖ ਮਾਰਿਆ ਸੁਆਖੇ ਜਿਹਾ, ਇਹਨਾਂ ਨੇ ਲਿਖਾਤਾ ਰਿਆਸਤਾਂ ਨੇ, ਕਿਉਂਕਿ ਹਿੰਦੂ ਔਰ ਸਿੱਖ ਨੂੰ ਇੱਕ ਬਣਾਉਣਾ ਸੀ ਇਹਨਾਂ ਨੇ। ਇਹਨਾਂ ਦਾ ਰਾਜ ਪੱਕਾ ਤਾਂ ਹੁੰਦਾ ਸੀ, ਜਿਹੜੇ ਸੀ ਪਿੱਛੋਂ ਰਾਜ ਕਰੇਗਾ ਖਾਲਸਾ ਵਾਲੇ, ਸਿੱਖੀ ਤਾਂ ਉਹਨਾਂ ਨੇ ਪਹਿਲਾਂ ਹੀ ਛੱਡਤੀ ਸੀ। ਫਿਰ ਉਹ ਪੱਕਾ ਕਰਨਾ ਸੀ ਵੀ ਹਿੰਦੂ ਸਿੱਖ ਦੀ ਜਿਹੜੀ ਵਿਚਾਰਧਾਰਾ ਦਾ ਫਰਕ ਹੈ ਨਾ, ਇਹਨੂੰ ਵਟਾ ਕੇ ਇੱਕੋ ਬਣਾ ਦਈਏ, ਪਤਾ ਹੀ ਨਾ ਲੱਗੇ ਸਿੱਖ ਔਰ ਹਿੰਦੂ ਦਾ ਕੀ ਫਰਕ ਹੈ। ਉਹਨਾਂ ਨੇ ਬਹੁਤ ਕੁਛ ਇਹੋ ਜਿਹਾ ਜਾਣ ਬੁੱਝ ਕੇ ਲਿਖਾਇਆ। ਮੂਰਤੀਆਂ ਵੀ ਲਿਆਂਦੀਆਂ ਆਲੇ ਦੁਆਲੇ ਪ੍ਰਕਾਰਾਂ ਦੇ, ਫਿਰ ਉਹ ਹਟਾਤੀਆਂ ਲੋਕਾਂ ਨੇ ਰੌਲਾ ਪਾ ਕੇ। ਅੰਗਰੇਜ਼ਾਂ ਨੇ ਹਟਾਈਆਂ, ਬਲਕਿ ਰਣਜੀਤ ਸਿੰਘ ਲੈ ਕੇ ਆਇਆ, ਹਟਾਈਆਂ ਉਹਨਾਂ ਨੇ। ਇਸ ਕਰਕੇ ਜਾਂ ਘਰ ਦੇ ਆਦਮੀ ਹੀ ਜਿਹੜੇ ਵਾਰਸ ਹੋਏ ਨਾ, ਵਾਰਸ ਰਾਜ ਲੈ ਕੇ, ਉਹਨਾਂ ਨੇ ਖੁਦ ਹੀ ਇਸ ਮੱਤ ਨੂੰ ਵਟਿਆ, ਖੁਦ ਹੀ ਵਟੇਣਾ ਚਾਹੁੰਦੇ ਸੀ ਵੀ ਖਤਮ ਕਰ ਦੀ। ਉਹਨਾਂ ਦਾ ਅੜਕਾ ਬਣਦਾ ਸੀ ਰਾਜ ਕਰਨ ਦੇ ਵਿੱਚ। ਇਹ ਤਾਂ ਰਾਜਿਆਂ ਦੇ ਖਿਲਾਫ ਬੋਲਦੀ ਹੈ ਮੱਤ। ਇਸ ਕਰਕੇ ਉਹਨਾਂ ਨੇ ਰਾਜ ਤੱਕ ਪਹੁੰਚਣਾ ਸੀ, ਧਰਮ ਦਾ ਸੀੜੀ ਬਣਾ ਕੇ ਉਹ ਪਹੁੰਚ ਗਏ। ਬਾਅਦ 'ਚ ਉਹਨਾਂ ਨੇ ਕਿਹਾ ਛੱਡੋ ਪਰੇ, ਹੁਣ ਕੀ ਲੈਣਾ ਪਰ। ਜਿਵੇਂ ਗੋਲਕਾਂ ਤੱਕ ਪਹੁੰਚ ਗਏ, ਕਹਿੰਦੇ ਗੁਰਦੁਆਰੇ ਆਜ਼ਾਦ ਕਰਾਉਣੇ ਨੇ, ਪਹਿਲਾਂ ਗੁਰਦੁਆਰੇ ਆਜ਼ਾਦ ਕਰਾਉਣੇ ਨੇ, ਵਿਚਾਰਧਾਰਾ 'ਚ ਫਰਕ ਹੈ। ਜਾਂ ਗੋਲਕਾਂ ਮਿਲ ਗਈ, ਚੁੱਪ ਕਰਕੇ ਪ੍ਰਚਾਰ ਹੋਈ। ਇਹ ਲੋਕ ਸਾਰੇ ਸਿਆਸੀ ਹੁੰਦੇ ਨੇ, ਇੱਦਾਂ ਹੀ ਕਰਦੇ ਹੁੰਦੇ ਨੇ। ਫਿਰ ਆ ਜੀ ਇਹ ਤਾਂ ਬੇਈਮਾਨ ਨੇ, ਅਸੀਂ ਆਵਾਂਗੇ, ਅਸੀਂ ਇਮਾਨਦਾਰ ਆ, ਰੌਲਾ ਪਾਉਂਦੇ ਨੇ, ਫਿਰ ਹੋ ਜਾਈ ਹੁੰਦੇ ਨੇ। ਹੁਣ ਰਾਜ ਬਦਲਦੇ ਹੀ ਨੇ। ਜਨਤਾ ਪਾਰਟੀ ਸਾਰਾ ਆਪੋਜੀਸ਼ਨ ਇੱਕ ਪਾਸੇ ਸੀ, ਕਾਂਗਰਸ ਇੱਕ ਪਾਸੇ ਸੀ, ਉਹ ਇਹਦੇ ਨਾਲ ਵੀ ਗਾਰੰਟੀ ਨਿਕਲੇ। ਹੁਣ ਲੋਕ ਸਾਰੇ ਸਮਝ ਗਏ ਵੀ ਸਾਰੇ ਇੱਕੋ ਜਿਹੇ ਨੇ। ਸਿਆਸੀ ਆਦਮੀ ਤਾਂ ਸਿਰਫ ਸਟੰਟ ਹੁੰਦੇ ਨੇ ਇਹਨਾਂ ਦੇ। ਹੁਣ ਜਿਹੜਾ ਰੌਲਾ ਪਾਇਆ ਹੈ 10 ਗੁਰਾਂ ਦਾ ਰੌਲਾ ਨਹੀਂ ਹੈ, ਕੋਈ ਗੋਲਕ ਤੱਕ ਪਹੁੰਚਣ ਦਾ ਰੌਲਾ ਹੈ। ਇਹ ਤਾਂ ਕੋਈ ਬਹਾਨਾ ਬਣਾ ਕੇ ਸਟੰਟ ਖੜਾ ਕਰਕੇ ਗੋਲਕ ਤੱਕ ਪਹੁੰਚਣ ਦੀ ਗੱਲ ਹੈ, ਹੋਰ ਕੁਝ ਨਹੀਂ ਹੈ। ਉਹਨਾਂ ਨੂੰ ਵੀ ਪਤਾ, ਜਾਣਦੇ ਨੇ ਉਹ ਸਾਰੇ ਗੋਲਕ ਤੱਕ ਕਿਵੇਂ ਪਹੁੰਚਣਾ, ਬਸ ਧੜਾ ਕਿਵੇਂ ਬਣਾਉਣਾ। ਲੜਾਈ ਤਾਂ ਗੋਲਕ ਦੀ ਹੈ। ਹੁਣ ਕਹੀ ਨਹੀਂ ਜਾਂਦਾ ਵੀ ਲੱਖ ਰੁਪਇਆ ਦੇਵਾਂਗੇ ਜਿਹੜਾ ਅਸੀਂ ਚੰਗਾ ਬੰਦਾ ਖੜਾ ਕਰੋ। ਚੰਗੇ ਜਿਹਨੂੰ ਤੁਸੀਂ ਲੱਖ ਰੁਪਇਆ ਦੇ ਦਿਓ ਚੰਗਾ, ਬਾਕੀ ਸਭ ਮਾੜੇ ਨੇ।
ਜਿਹੜਾ ਤੇਰੇ ਧੜੇ 'ਚੋਂ ਖੜਾ ਹੋ ਜਾ ਸਭ ਚੰਗੇ ਨੇ। ਉਹ ਤੇਰੇ ਧੜੇ ਜਾ ਕੇ ਚੰਗਾ ਹੈ, ਦੂਏ ਧੜੇ 'ਚ ਮਾੜਾ। ਇਹੀ ਦਰਸ਼ਨ ਸੋ ਹੁਣ ਚੰਗਾ ਹੈ। ਪਹਿਲਾਂ ਦਰਸ਼ਨ ਸੋ ਨੂੰ ਲਿਖਦਾ ਸੀ ਵੀ ਜਿੱਥੇ ਅਦਾਲਤ ਬੁਲਾਵੇ ਉੱਥੇ ਜਾਣਾ ਜਾਣਾ ਪਊਗਾ, ਜਾਣਾ ਚਾਹੀਦਾ। ਤੂੰ ਕਹਿੰਦਾ ਮੈਂ ਅਕਾਲ ਤਖਤ ਤੇ ਜਾਊਂ, ਕਮਰੇ 'ਚ ਨਹੀਂ ਜਾਣਾ। ਤੂੰ ਜਾਏ ਨਾ, ਜਾਂ ਫਿਰ ਜਾ ਜਿੱਥੇ ਉਹ ਬੈਠੇ ਨੇ। ਇਹ ਲਿਖਦਾ ਰਿਹਾ ਸਪੋਕਸਮੈਨ। ਅੱਜ ਦੂਏ ਪਾਸੇ ਹੋ ਗਿਆ। ਇਹ ਤਾਂ ਲੋਕ ਜਿਹੜੇ ਨੇ ਬੜੇ ਝੂਠੇ ਨੇ, ਫਰੇਬੀ ਨੇ, ਕਪਟੀ ਨੇ, ਸਾਰਾ ਕੁਛ ਹੈ ਨਾ ਛੁੱਟਾ। ਸਿਆਸੀ ਬੰਦਾ ਗੋਲਕ ਤੇ ਹੀ ਪਹੁੰਚਣਾ। ਕਿਵੇਂ ਪਹੁੰਚ ਜਾਵੇ ਗੋਲਕ ਤੇ? ਗੋਲਕ ਦੀ ਸੀੜੀ ਬਣਾ ਕੇ ਫਿਰ ਅੱਗੇ ਚੱਲੀਏ। ਇਹ ਤਾਂ ਇਹ ਜਾਂਦੇ ਨੇ। ਨਹੀਂ, ਕਿਸੇ ਵੀ ਧਰਮ ਨੂੰ ਅਖਬਾਰ ਦੀ ਲੋੜ ਨਹੀਂ ਪ੍ਰਚਾਰ ਵਾਸਤੇ। ਪੇਪਰਾਂ ਦੇ ਨਾਲ ਕਦੇ ਕੋਈ ਧਰਮ ਫੈਲਿਆ ਨਹੀਂ ਹੈ। ਕੋਈ ਦੱਸਣ ਇੱਕ ਧਰਮ ਜਿਹੜਾ ਅਖਬਾਰਾਂ ਨਾਲ ਫੈਲਿਆ ਹੋਵੇ। ਅਖਬਾਰਾਂ ਦਾ ਵਿਸ਼ਾ ਨਹੀਂ ਹੁੰਦਾ ਧਰਮ, ਵਿਦਵਾਨਾਂ ਦਾ ਵਿਸ਼ਾ ਨਹੀਂ ਹੁੰਦਾ ਧਰਮ। ਝੂਠ ਜਿਹੜੇ ਬਨਵੱਤਾ ਨੇ ਵਿਦਵਾਨਾਂ ਦਾ ਵਿਸ਼ਾ ਹੋ ਸਕਦਾ, ਉਹ ਵੀ ਇਹੋ ਜਿਹੇ ਨਹੀਂ ਹੁੰਦੇ, ਤਿਆਗੀ ਹੁੰਦੇ ਨੇ। ਬੁੱਧ ਨੇ ਫੈਲਾਇਆ ਸੀ ਧਰਮ। ਬੰਦੇ ਚਾਹੀਦੇ ਨੇ ਤਿਆਗੀ। ਉਹਨੇ ਫੈਲਾਇਆ ਸੀ, ਫੈਲਿਆ ਨਾ। ਇਸਲਾਮ ਨੇ ਫੈਲਾਇਆ ਸੀ, ਉਹਨਾਂ ਨੇ ਤਲਵਾਰ ਦੇ ਜ਼ੋਰ ਨਾਲ ਫੈਲਾਇਆ ਸੀ। ਐਂ ਫੈਲਦੇ ਨੇ ਧਰਮ। ਦੋ ਧਰਮ ਨੇ ਸਾਡੇ ਕੋਲ, ਇੱਕ ਬੁੱਧ, ਇੱਕ ਇਸਲਾਮ। ਕੀ ਆ ਪ੍ਰੋਟੈਸਟੈਂਟ ਅੰਗਰੇਜ਼ਾਂ ਦਾ, ਉਹ ਵੀ ਬੰਦੂਕ ਦੇ ਜ਼ੋਰ ਨਾਲ ਫੈਲਿਆ ਹੋਇਆ, ਹੁਣ ਪੈਸੇ ਦੇ ਜ਼ੋਰ ਨਾਲ ਫੈਲਦਾ। ਇਹ ਜਿਹੜੇ ਦੁਨਿਆਵੀ ਧਰਮ ਨੇ ਨਾ, ਮਨੁੱਖੀ ਮਤੀਆਂ, ਜਿਨ੍ਹਾਂ ਨੂੰ ਗੁਰਬਾਣੀ ਘਟਦੀ ਹੈ ਸਾਰੀਆਂ ਰੂਹ, ਜਿਹੜੇ ਝੂਠ ਦੇ ਮਾਇਆ ਦੇ ਆਸਰੇ ਖੜੇ ਨੇ, ਉਹਨਾਂ ਨੂੰ ਲੋੜ ਹੈ ਇਹਨਾਂ ਚੀਜ਼ਾਂ ਦੀ। ਸੱਚ ਨੂੰ ਕਿਸੇ ਆਸਰੇ ਦੀ ਲੋੜ ਨਹੀਂ ਹੈ। ਸੱਚ ਨੂੰ ਵੀ ਆਸਰੇ ਦੀ ਲੋੜ ਹੁੰਦੀ ਹੈ। ਇਹ ਤਾਂ ਸੱਚ ਤੇ ਖੜਾ ਹੈ ਧਰਮ। ਨਾਨਕ ਰਾਜ ਚਲਾਇਆ ਸੱਚ, ਕੋਟ ਸਤਾਣੀ ਨੀਮ ਦੇ। ਸੱਚ ਦੀ ਨਾਮ ਦਿੱਤੀ ਹੋਈ ਹੈ। ਉਹ ਸੱਚ ਆਸਰੇ ਸਾਰੀ ਸ੍ਰਿਸ਼ਟੀ ਖੜੀ ਹੈ। ਸੱਚ ਨੂੰ ਕਿਸੇ ਆਸਰੇ ਦੀ ਲੋੜ ਨਹੀਂ, ਨਾ ਕਿਸੇ ਅਖਬਾਰ ਦੀ, ਨਾ ਕਿਸੇ ਪੈਸੇ ਦੀ। ਇਹ ਲੋਕ ਤਾਂ ਸ਼ਰਾਰਤੀ ਨੇ ਸਾਰੇ, ਨਾ ਧਾਰਮਿਕ ਨੇ, ਨਾ ਧਰਮ ਬਾਰੇ ਜਾਣਦੇ ਨੇ। ਨਾਨਕ ਉਹ ਕਿਹੜਾ ਰਾਜ ਸੀ? ਨਾਨਕ ਨੇ ਰਾਜ ਚਲਾਇਆ, ਕਿਹੜਾ ਪੈਸਾ ਸੀ, ਕਿਹੜਾ ਅਖਬਾਰ ਸੀ? ਨਾਨਕ ਉਹ ਚਲਾਤਾ ਕਿ ਨਹੀਂ ਚਲਾਤਾ? ਭਗਤਾਂ ਨੇ ਕਿਵੇਂ ਚਲਾਤਾ? ਰੋਟੀ ਨਹੀਂ ਘਰ ਪੱਕਦੀ, ਕਣਕ ਦੀ ਰੋਟੀ ਨਹੀਂ ਮਿਲਦੀ। ਕਬੀਰ ਕਹਿੰਦਾ ਜੌਆਂ ਦੀ ਬਰੀ ਮਿਲਦੀ, ਜੌਆਂ ਦਾ ਛਾਣ ਖਾ ਲੂੰਗਾ ਮੈਂ, ਜੋ ਕੀ ਭੂਸੀ ਖਾਏ। ਇਹ ਚਲਾ ਦੇਣਗੇ ਧਰਮ। ਏਸੀਆਂ 'ਚ ਬੈਠ ਕੇ, ਏਸੀਆਂ 'ਚ ਬੈਠ ਕੇ ਧਰਮ ਚਲਾ ਦੇਣਗੇ। ਇਹ ਦੱਸਦੇ ਕਿਹਨੂੰ ਨੇ? ਕਿਹਨੂੰ ਦੱਸਦੇ ਨੇ? ਕਿਹਦੇ ਕੋਲ ਗੱਲਾਂ ਕਰਦੇ ਨੇ? ਇਹਨਾਂ ਦੇ ਸਾਰੇ ਪੋਤਲੇ ਫੁੱਲ ਜਾਣੇ ਨੇ। ਆਪਣੇ ਪੋਤਲੇ ਬਚਾ ਲੈਣੇ। ਧਰਮ ਤਾਂ ਇੱਕ ਪਾਸੇ ਰਿਹਾ, ਆਪਣੇ ਪੋਤਲਿਆਂ ਦੀ ਪੈ ਜੂ ਹੁਣ ਇਹਨਾਂ ਨੂੰ ਬਚਾਉਣ ਦੀ। ਹਾਂਜੀ, ਦੋਹਰਾ ਨਮਸਕਾਰ ਸ੍ਰੀ ਖੜਕ ਕੋ ਕਰੋ ਸੋ ਹਿਤ ਚਿਤ ਲਾਏ। ਨਮਸਕਾਰ ਸ੍ਰੀ ਖੜਕ ਕੋ। ਮੈਂ ਸ੍ਰੀ ਖੜਕ ਨੂੰ ਨਮਸਕਾਰ ਕਰਦਾ। ਦਸਮ ਪਾਤਸ਼ਾਹ ਕਰ ਰਹੇ ਨੇ ਉਸ ਖੜਕ ਨੂੰ ਨਮਸਕਾਰ, ਜਿਹੜੀ ਨੂੰ ਅਸੀਂ ਕਰ ਰਹੇ ਹਾਂ। ਜਾਂ ਅਸੀਂ ਪੜ੍ਹਦੇ ਹਾਂ ਉਸੇ ਨੂੰ ਅਸੀਂ ਕਰ ਰਹੇ ਹਾਂ। ਪੜ੍ਹਦੇ ਨਹੀਂ, ਜਿਹਨੂੰ ਉਹ ਕਰਦੇ ਨੇ ਉਸੇ ਨੂੰ ਅਸੀਂ ਕਰਦੇ ਹਾਂ। ਸਾਨੂੰ ਦੇ ਕੇ ਵੀ ਤੁਸੀਂ ਪੜ੍ਹਿਓ ਜਾਂ ਪੜਾਂਗੇ, ਉਹੀ ਕੁਝ ਪੜਾਂਗੇ। ਕਰੂੰ ਸੋ ਹਿਤ ਚਿਤ ਲਾਏ। ਹਿੱਤ ਔਰ ਚਿੱਤ ਦੋਏ ਲਾ ਕੇ। ਮੇਰੇ ਹਿੱਤ ਵਿੱਚ ਹੈ ਨਮਸਕਾਰ ਕਰਨੀ, ਮੈਂ ਤਾਂ ਕਰਦਾ, ਮੇਰੇ ਲਾਭ 'ਚ ਹੈ, ਮੇਰੇ ਫਾਇਦੇ 'ਚ ਹੈ। ਮੈਂ ਆਪਣੇ ਵਾਸਤੇ ਕਰਦਾ, ਕਿਸੇ ਵਾਸਤੇ ਨਹੀਂ ਕਰਦਾ। ਕੋਈ ਦਿਖਾਵੇ ਦੀ ਗੱਲ ਨਹੀਂ ਹੈ। ਮੈਂ ਚਿੱਤ ਲਾ ਕੇ ਤਾਂ ਕਰਦਾ, ਇਹਦੇ 'ਚ ਮੈਨੂੰ ਫਾਇਦਾ ਹੈ, ਕਿਸੇ ਦਾ ਅਹਿਸਾਸ ਨਹੀਂ ਕਰਦਾ ਮੈਂ। ਕਿਉਂ ਜਮ ਦੇ ਜਾਲ 'ਚੋਂ ਨਹੀਂ ਛਡਾਉਣਾ ਮੈਨੂੰ। ਮੇਰਾ ਜਮ ਦਾ ਜਾਲ ਇਹਨੇ ਕੱਟਣਾ। ਜਮ ਦਾ ਜਾਲ ਹੁੰਦਾ ਭਰਮ ਦਾ ਜਾਲ। ਫਸਿਆ ਹੋਇਆ ਮੈਂ ਜਾਲ 'ਚ। ਜਾਲ ਮੇਰਾ ਇਹਨੇ ਕੱਟਣਾ ਤੇ ਮੈਨੂੰ ਫਾਇਦਾ ਹੈ ਕਿ ਮੈਂ ਕਿਸੇ ਵਾਸਤੇ ਕਰਦਾ ਨਮਸਕਾਰ, ਆਪਣੇ ਵਾਸਤੇ ਕਰਦਾ। ਕਰੋ ਚਿੱਤ ਲਾਏ। ਪੂਰਨ ਕਰੋ ਗ੍ਰੰਥ ਇਹ ਤੁਮ ਮੋਹ ਕਰੋ ਸਹਾਇ। ਮੈਂ ਸਿਰਫ ਇਸ ਕਰਕੇ ਕਰਦਾ, ਜਮ ਦਾ ਜਾਲ ਤਾਂ ਮੇਰਾ ਕੱਟਿਆ ਹੋਇਆ। ਉਹਨਾਂ ਦੀ ਗੱਲ ਉਹ ਕਹਿੰਦੇ ਨੇ ਮੈਂ ਤਾਂ ਇਸ ਕਰਕੇ ਕਰਦਾ, ਹੁਣ ਜਮ ਦਾ ਜਾਲ ਤਾਂ ਦਿੱਤਾ ਕੱਟ। ਆ ਜਿਹੜਾ ਮੈਂ ਗ੍ਰੰਥ ਪੂਰਾ ਕਰਨਾ ਹੈ, ਮੇਰੇ ਵੱਸ ਦੀ ਗੱਲ ਨਹੀਂ ਕਰਨਾ, ਤੇਰੇ ਮਦਦ ਬਿਨਾਂ। ਜੋ ਮੈਂ ਲਿਖਣ ਲੱਗਿਆ ਨਾ,
ਇਹ ਜੇ ਤੂੰ ਲਿਖਾਏਂਗੀ ਤਾਂ ਲਿਖੂ, ਬੁਲਾਏਂਗੀ ਤਾਂ ਬੋਲੂ। ਮੈਂ ਤਾਂ ਅੱਖਰ ਜਿਹੜੇ ਪਾਉਣੇ ਨੇ ਜਿਬ ਜਿਬ ਤੈਂ ਫਰਮਾਉਣੇ ਨੇ, ਤਿਵ ਤੇ ਪਾਉਣੇ ਨੇ। ਇਹ ਗ੍ਰੰਥ ਨਹੀਂ ਪੂਰਾ ਹੋ ਸਕਦਾ। ਇਹ 75 ਨਾਟਕ ਹੈ। ਇਹ 75 ਨਾਟਕ ਆ, ਜਿਹੜਾ ਖੇਡ ਹੈ ਨਾ, ਨਾਟਕ ਹੈ ਇੱਕ ਸਾਰਾ। ਇਹ ਜਿਹੜਾ ਤੇਰਾ ਨਾਟਕ ਹੈ ਨਾ ਚੱਲਦਾ, ਇਹ 75 ਹੈ ਸਾਰਾ। ਚਿੱਤਰ ਵਿਚਿੱਤਰ ਇਹ ਹੈ ਅਬ ਚੇਰਾ, ਤਾਂ ਜੇ ਚਿੱਤਰ ਹੈ ਚਿਤਰਾਖ ਚਤੇਰਾ। ਤਾਂ ਚਤੇਰੇ ਨੂੰ ਪਹਿਲਾਂ ਉਹਨਾਂ ਨੇ ਨਮਸਕਾਰ ਕੀਤੀ ਹੈ। ਇਹ ਚਤੇਰਾ ਜਿਹਨੂੰ ਨਮਸਕਾਰ ਕੀਤੀ ਹੈ, ਜਿਹਨੇ ਬਣਾਈ ਹੈ ਇਹ ਸਾਰੀ ਸ੍ਰਿਸ਼ਟੀ, ਉਹਨੂੰ ਨਮਸਕਾਰ ਕੀਤੀ ਹੈ ਵੀ ਮੇਰਾ ਇਹ ਜਿਹੜੀ ਖੇਡ ਮੈਂ ਦੱਸਣੀ ਹੈ, ਰਾਜਾ ਰਾਮ ਦੀ ਕਹਾਣੀ ਦੱਸਣੀ ਹੈ 75 ਨਾਟਕ 'ਚ। ਇਹ 75 ਨਾਟਕ ਰਾਜਾ ਰਾਮ ਦੀ ਕਹਾਣੀ ਹੈ। ਜਾਣੀ ਜਾਣੀ ਨੇ ਰਾਜਾ ਰਾਮ ਕੀ ਕਹਾਣੀ। ਅੰਤਰ ਗਿਆਨ ਜੋਤ ਪ੍ਰਗਾਸਾ ਕਿਨ ਗੁਰਮੁਖ ਬਿਰਲੇ ਜਾਣੀ। ਉਹ ਗੱਲ ਦੱਸਣੀ ਹੈ 75 ਨਾਟਕ ਇਹ ਹੈ। ਇਹਨਾਂ ਨੂੰ ਕੀ ਪਤਾ ਮੂਰਖਾਂ ਨੂੰ 75 ਨਾਟਕ ਹੁੰਦਾ ਕੀ ਹੈ। ਨਾਲੇ ਤੁਸੀਂ ਲਿਖ ਲਓਗੇ, ਨਾਲੇ ਰਾਮ ਸ਼ਾਮ ਲਿਖ ਲੈਣਗੇ ਤੁਹਾਡੇ। ਤੁਹਾਨੂੰ ਅੱਜ ਤਾਈਂ ਅਰਥ ਵੀ ਨਹੀਂ ਪਤਾ ਇਹਦਾ, ਵੀ ਅਰਥ ਇਹਦਾ ਕੀ ਹੈ। 75 ਨਾਟਕ ਕਹਿੰਦੇ ਕਿਹਨੂੰ ਨੇ, ਇਹ ਵੀ ਨਹੀਂ ਪਤਾ ਸਾਨੂੰ। ਤਾਂ ਸਾਰੇ ਕਪਾਟ ਖੁੱਲ ਜਾਣਗੇ, ਹੁਣ ਪਤਾ ਲੱਗ ਜੂਗਾ ਵੀ ਇਹ ਕੀ ਹੈ। ਲੀਡ ਕਰਦੇ ਨੇ ਸਾਨੂੰ। ਤੁਸੀਂ ਆਪਣਾ ਮੂੰਹ ਦੇਖੋ ਸ਼ੀਸ਼ੇ ਤੱਕ, ਵੀ ਕਿਹਦੇ ਨਾਲ ਮਿਲਦਾ, ਤੁਹਾਡੀ ਸ਼ਕਲ ਕਿਹਦੇ ਨਾਲ ਮਿਲਦੀ ਹੈ। ਜਿਹਦੇ ਨਾਲ ਦਸਮ ਪਾਤਸ਼ਾਹ ਦੀ ਸ਼ਕਲ ਮਿਲੂ ਉਹਦਾ ਪਿਓ ਹੈ ਦਸਮ ਪਾਤਸ਼ਾਹ, ਤੁਹਾਡਾ ਨਹੀਂ ਹੈਗਾ। ਤੁਸੀਂ ਖਬਰਾਂ ਕਿਹਦੀ ਔਲਾਦ ਹੋ, ਸਾਨੂੰ ਕੀ ਪਤਾ। ਜੇ ਦਸਮ ਪਾਤਸ਼ਾਹ ਅਸੀਂ ਕਹਿੰਦੇ ਪਿਤਾ ਕੌਣ, ਗੁਰੂ ਗੋਬਿੰਦ ਸਿੰਘ, ਮਾਤਾ ਕੌਣ, ਸਾਹਿਬ ਦੇਵਾ, ਉਹੀ ਕਹੂ ਜਿਹਦੀ ਸ਼ਕਲ ਮਿਲਦੀ ਹੈ। ਦੂਆ ਕਿਵੇਂ ਕਹਿ ਦੂਗਾ, ਉਹ ਹੈ ਖਾਲਸਾ ਜਿਹੜਾ ਇਹ ਲਿਖਾਉਂਦਾ ਹੈ। ਉਹ ਕਹਿੰਦਾ ਪਿਤਾ ਕੌਣ, ਗੁਰੂ ਗੋਬਿੰਦ ਸਿੰਘ, ਮਾਤਾ ਕੌਣ, ਸਾਹਿਬ ਦੇਵਾ। ਬਾਸੀ ਕਿੱਥੇ ਦੇ, ਅਨੰਦਪੁਰ ਦੇ। ਨਾਨਕੇ ਕਿੱਥੇ, ਗੁਰੂ ਕੀ ਲਾਹੌਰ। ਇਹ ਐਡਰੈਸ ਹੈ ਸਾਡਾ। ਉਹਨਾਂ ਨੂੰ ਪਤਾ ਹੈ ਗੱਲ ਕੀ ਹੈ, ਤੁਹਾਨੂੰ ਪਤਾ ਹੈ। ਕਿਤੇ ਲਿਖਾਈ ਹੈ ਤੁਸੀਂ ਇਹ ਗੱਲ, ਕਿਤੇ ਲਿਖਾਈ ਹੈ ਦੱਸਣ ਇਹ ਗੱਲ। ਕਿਉਂ ਨਹੀਂ ਲਿਖਾਈ? ਗੁਰੂ ਵਾਲੇ ਤੁਸੀਂ ਕਿਵੇਂ ਹੋ ਗਏ? ਉਹ ਗੁਰੂ ਵਾਲੇ ਕਿਵੇਂ ਹੋ ਗਏ ਜੇ ਤੁਸੀਂ ਇਹ ਗੱਲ ਨਹੀਂ ਕਿਤੇ ਲਿਖਾਈ? ਸਿੱਖ ਬਣ ਗਏ। ਸਿੱਖ ਬਣਨਾ ਜਿਹੜੀ ਸੌਖਾ ਹੈ। ਦਰਭੰਗੀ ਛੰਦ। ਹਾਂਜੀ। ਸ੍ਰੀ ਕਾਲ ਜੀ ਕੀ ਉਸਤਤ। ਖਗ ਖੰਡ ਬਿਹੰਡੰਗ ਖਾਲਦਲ ਖੰਡੰ ਅਤਰਣ ਮੰਡੰ ਬਰ ਬੰਡੰ। ਹਾਂਜੀ। ਹੁਣ ਉਹ ਜਿਹਨੂੰ ਨਮਸਕਾਰ ਕਰਦਾ ਹੈ ਉਹਦੀ ਕਹਾਂ ਉਹ ਹੈ ਕੀ। ਜਿਹਨੂੰ ਨਮਸਕਾਰ ਕੀਤੀ ਉਹ ਕੀ ਹੈ, ਕਿਹਨੂੰ ਕੀਤੀ ਹੈ ਨਮਸਕਾਰ, ਉਹਦੀ ਕਹਾਂ ਅਤਾ ਪਤਾ ਵਿਆਖਿਆ, ਉਹਦੇ ਬਾਰੇ ਦੱਸਿਆ ਕੌਣ ਹੈ ਜਿਹਨੂੰ ਮੈਂ ਨਮਸਕਾਰ ਕਰਦਾ। ਉਹ ਖਾਗਾ ਖੜ ਕੇ ਹੈ ਨਾ ਉੱਥੇ। ਹੁਣ ਖਾਗਾ ਖਾਗ ਖੰਡ ਬਿਹੰਡੰ। ਉਹ ਖਾਗਾ ਜਿਹੜੀ ਨਾ, ਜਿਹੜਾ ਅੱਧਾ ਮਨ ਖੰਡ ਹੋਇਆ, ਖੰਡ ਹੋਇਆ ਨਾ ਮਨ ਅੱਧਾ, ਇਹ ਨਹੀਂ ਰੁਕਦਾ ਹੈਗਾ। ਇਹ ਜੋਗੀਆਂ ਤੇ ਵੀ ਨਹੀਂ ਰੁਕਿਆ, ਬਥੇਰੀ ਸਮਾਧੀ ਲਾ ਲਾ ਕੇ ਹਟ ਕੇ। ਉਹ ਗਜਾ ਬਾਜ ਸਾਜ ਬਜਾ ਥੱਕ ਗਏ, ਇਹਨੂੰ ਰੋਕਦੇ, ਉਹ ਨਹੀਂ ਰੁਕਿਆ। ਗਾਏ ਕੇ ਥੱਕ ਗਏ, ਇਹ ਨਰਵ ਨਹੀਂ ਰੁਕਿਆ। ਨੱਚ ਕੇ ਥੱਕ ਗਏ, ਨਹੀਂ ਰੁਕਿਆ ਮਨ। ਬਾੜਾ ਫੇਰਨੇ ਵਾਲੇ ਥੱਕ ਗਏ, ਨਹੀਂ ਰੁਕਿਆ ਮਨ। ਬਹੁਤ ਯਤਨ ਕਰ ਲਏ ਸਾਰਿਆਂ ਨੇ, ਮਨ ਨਹੀਂ ਰੁਕਿਆ। ਮੋਹਨ ਧਾਰਨ ਕਰ ਗਿਆ, ਮਨ ਨਹੀਂ ਰੁਕਿਆ। ਪਰ ਇਹ ਕੀ ਕਰਦੀ ਹੈ, ਬਿਹੰਡਮ ਉਹਦਾ ਤੁਰਨਾ ਫਿਰਨਾ ਬੰਦ ਕਰ ਦਿੰਦੀ ਹੈ। ਜਾਂ ਖੜਕ ਬਾਹਰ ਆਉਂਦੀ ਹੈ, ਉਹ ਚੱਲਣਾ ਤੁਰਨਾ ਫਿਰਨਾ ਹੀ ਭੁੱਲ ਜਾਂਦਾ ਮਨ। ਬਿਹੰਡਮ ਹੰਡਣਾ ਫਿਰਨਾ ਬੰਦ। ਹੰਡਣਾ ਹੁੰਦਾ ਤੁਰਨਾ ਫਿਰਨਾ, ਮਨ ਬਹੁਤ ਤੇਜ਼ ਭਜਦਾ ਹੈ। ਉਹ ਉੱਥੇ ਹੀ ਸੁੰਨ ਹੋ ਕੇ ਹੀ ਰਹਿ ਜਾਂਦਾ। ਤੇਰਾ ਦਰਸ਼ਨ ਕਰਦੀ ਸਾਰੇ ਸੁੰਨ ਹੋ ਜਾਂਦਾ ਮਨ। ਤੁਰਦਾ ਹੀ ਨਹੀਂ, ਆਕੜ ਜਾਂਦਾ, ਪੱਥਰ ਦਾ ਮੂਰਤ ਬਣ ਕੇ ਖੜਾ ਹੋ ਜਾਂਦਾ। ਪਾਵੋਂ ਤੇ ਪਿੰਗਲ ਹੋ ਜਾਂਦਾ। ਪਾਵੋਂ ਤੇ ਪਿੰਗਲ ਪਿਆ, ਜਾਂ ਸਤਿਗੁਰ ਵਾਹਿਆ ਬਾਣ। ਬਿਹੰਡੰ
ਤੁਲਨਾ ਫਿਰਨਾ ਬੰਦ। ਗਿਆਨ ਕਾ ਬੰਦਾ ਬੰਦ ਹੈ, ਬੰਨ ਕੇ ਖੜਾ ਕਰ ਦਿੰਦੀ ਹੈ ਇਹ, ਉਹ ਗਿਆਨ ਖੜ ਗਿਆ। ਖਾਗ ਖੰਡ ਬਿਹੰਡੰ, ਖਾਲਦਲ ਖੰਡੰ। ਫਿਰ ਕੀ ਕਰਦੀ ਹੈ? ਜਿਹੜਾ ਤਾਂ ਇਹਦਾ ਭਗਤ ਹੈ ਉਹਦਾ ਤਾਂ ਆ ਕਰਦੀ ਹੈ, ਜਿਹੜਾ ਤਾਂ ਇਹਨੂੰ ਮਾਂ ਮੰਨਦਾ ਹੈ ਮੱਤ ਨੂੰ, ਜਿਹਦੇ ਤਾਂ ਮਾਂ ਹੈ ਉਹਦਾ ਤਾਂ ਆ ਫਾਇਦਾ ਕਰਦੀ ਹੈ। ਔਰ ਜਿਹੜੇ ਦੂਏ ਨੇ ਖਲਦਾਲਾ ਮੂਰਖ, ਉਹ ਖਲਦਾਲੇ ਹੀ ਨੇ, ਖਲ ਖੋਤੇ ਨੂੰ ਕਹਿੰਦੇ ਨੇ। ਆ ਜਿਹੜੇ ਦਸਮਾਨ ਦੇ ਵਿਰੋਧੀ ਨੇ ਨਾ, ਖਲ ਦਲ, ਇਹਨਾਂ ਦਾ ਦਲ ਖਰਾ ਮੂਰਖਾਂ ਦਾ, ਖਲ ਖੋਤੇ ਨੇ ਸਾਰੇ, ਅਕਲ ਤੋਂ ਖਾਲੀ। ਖਲਾਂ ਦੇ ਦਲਾਂ ਦੇ ਦਲ ਨੂੰ ਖੰਡਨ ਕਰ ਦਿੰਦੀ ਹੈ। ਖੋਟੇ ਹੋ ਤੁਸੀਂ ਸਾਬਤ ਕਰ ਦਿੰਦੀ ਹੈ, ਤੁਸੀਂ ਅਕਲ ਤੋਂ ਸਖਣੇ ਹੋ ਸਾਬਤ ਕਰ ਦਿੰਦੀ ਹੈ। ਪਰ ਸਾਬਤ ਹੋ ਜਾਣੇ ਨੇ, ਜਿੰਨਾ ਮਰਜ਼ੀ ਜੋਰ ਲਾ ਲੈਣ ਹੁਣ ਤੇ ਜਿੰਨਾ ਮਰਜ਼ੀ ਪੜ੍ਹ ਲੈਣ, ਜਿਹਨੂੰ ਮਰਜ਼ੀ ਗੁਰੂ ਬਣਾ ਲੈਣ, ਇਹਨਾਂ ਨੇ ਸਾਬਤ ਕਰਕੇ ਛੱਡਣਾ ਹੈ। ਦਸਮ ਗ੍ਰੰਥ ਨੇ ਇਹਨਾਂ ਨੂੰ ਵੀ ਤੁਸੀਂ ਖਲਦਲ ਖੰਡਣ ਹੋ, ਤੁਹਾਨੂੰ ਖੰਡਨ ਕਰਤਾ, ਤੁਸੀਂ ਮੂਰਖ ਹੋ। ਖਲਦਲ ਖੰਡਣ ਕਿਵੇਂ ਕਾਲ ਹੁੰਦਾ? ਖਲਦਲ ਖੰਡਣ ਅੱਤ ਰਣ ਵੰਡਣ, ਜਦ ਇਹਨਾਂ ਦਾ ਪੰਜਾ ਪੈਂਦਾ ਨਾ, ਰਣ ਮੁਕਾਬਲਾ ਹੁੰਦਾ, ਗਿਆਨ ਖੜਕਣਾ, ਫੇਰ ਖਲਦਲ ਖੋਤੇ ਸਾਬਤ ਹੁੰਦੇ ਨੇ। ਜਦ ਇਹ ਸਾਹਮਣੇ ਆ ਜਾਂਦੀ ਹੈ ਨਾ, ਫਿਰ ਸਾਬਤ ਕਰ ਦਿੰਦੀ ਹੋਵੇ ਖੜੇ ਨੇ ਖੋਤੇ। ਜਿਹੜੇ ਬੜ ਬੜੀਆਂ ਗੱਲਾਂ ਕਰਦੇ ਤੇ ਖੋਤੇ ਨੇ ਖੜੇ, ਸਾਰੀ ਦੁਨੀਆ ਪਛਾਣ ਲੈਂਦੀ ਵੀ ਖੋਤੇ ਨੇ, ਅਕਲ ਤੇ ਖਾਲੀ ਨੇ ਇਹ। ਕਿਉਂ ਖੂਨ ਸੜੇ ਨੇ ਉਹਨਾਂ ਨੇ ਕਹਿ ਕੇ, ਉਹ ਕਹਿੰਦੇ ਸਾਲੇ ਵੀ ਇਹ ਬਹੁਤ ਵਧੀਆ ਗ੍ਰੰਥ ਆ, ਕਹਿੰਦੇ ਹੂੰ RSS ਵਾਲਿਆਂ ਨੇ ਕਹਿਤਾ, ਹੁਣ ਨਹੀਂ ਅਸੀਂ ਮੰਨਦੇ, ਖੋਤੇ ਨਹੀਂ ਹੋਰ ਕੀ ਨੇ, ਫਿਰ ਤੇ ਨਾ ਖੂਚ। ਕਿਉਂ ਵਿਰੋਧੀ ਨੇ RSS ਨੂੰ ਸਮਝਦੇ, ਜੋ RSS ਕਹਿ ਦੇਵੇ ਇਹਨਾਂ ਕੋ ਅੰਮ੍ਰਿਤ ਹੋਵੇ ਉਹਨੂੰ ਵੀ ਢੋਲ ਦੇਣਗੇ। ਉਹਨਾਂ ਨੇ ਜੋ ਕਹਿਤਾ, ਉਹਦਾ ਕਹਿ ਦੇਣਾ ਵੀ ਇਹਨਾਂ ਦੇ ਜਿਹੜੀਆਂ ਅੱਖਾਂ ਨੇ ਨਾ, ਇਹ ਬਹੁਤ, ਇਹ ਦੋ ਹੋਰ ਚਾਹੀਦੀਆਂ ਨੇ, ਕਹਿੰਦੇ ਦੋ ਇਹ ਵੀ ਭਰ ਲਓ। ਇਹ RSS ਨੇ ਕਹਿਤਾ ਵੀ ਦੋ ਹੋਰ ਚਾਹੀਦੀਆਂ ਨੇ, ਦੋ ਹੈਗੀਆਂ ਨੇ, ਕਹਿੰਦੇ ਇਹ ਵੀ ਭਰ ਲਓ। ਇਹ ਤਾਂ ਉਹਨਾਂ ਚੋਂ ਨਾ ਵੀ ਮੁਸਲਮਾਨ ਹਿੰਦੂ ਹੱਥ ਐਂ ਧੋਣੇ ਤੇ ਮੁਸਲਮਾਨ ਕਹਿੰਦੇ ਅਸੀਂ ਐਂ ਧੋਣੇ ਨੇ, ਉਹ ਨੇ ਇਹ ਖਲਦਾਲ ਹੈ ਸਾਰੇ। ਇਹਨਾਂ ਦਾ ਜੋ ਮਰਜ਼ੀ ਕਰਾ ਲਓ, ਫਿਰ ਮੂਰਖਾਂ ਤੇ ਜੋ ਉਹਨਾਂ ਨੇ ਕਹਿਣਾ ਇਹਨਾਂ ਨੇ ਉਲਟ ਕਰਨਾ, ਉਲਟ ਕਹਿ ਦੇਣਗੇ। ਉਹ ਕਹਿੰਦਾ ਨਾ ਕਿ ਸੰਤ ਸੀ ਅਗੇ, ਉਹ ਸੰਤ ਕੋਲ ਇੱਕ ਸੰਖ ਸੀ ਵਜਾਉਂਦਾ, ਕਿਸੇ ਨੇ ਰੋਟੀ ਖੜਾਈ, ਉਹ ਕਹਿੰਦੇ ਸੰਖ ਅਗੇ ਮਾਈ ਅਗੇ ਮੰਗ ਕੀ ਮੰਗਦੀ ਹੈ। ਪਰ ਇੱਕ ਗੱਲ ਆ ਵੀ ਜੋ ਤੂੰ ਮੰਗਾਂਗੀ ਤੇਰੇ ਗੁਆਂਢੀ ਕੋ ਦੁੱਗਣਾ ਹੋ ਜਾਣਾ। ਉਹਨੇ ਇੱਕ ਮੈਸ ਮੰਗ ਲਈ, ਉਹਦੇ ਦੋ ਹੋ ਗਈਆਂ, ਕਿੱਲੇ ਤੇ ਖੜੀਆਂ। ਉਹਨੇ ਕੰਧ ਹੀ ਦੇਖਿਆ ਉਹਦੇ ਦੋ ਖੜੀਆਂ ਨੇ, ਕਹਿੰਦੀ ਇਹ ਨਹੀਂ ਠੀਕ। ਕਹਿੰਦੇ ਐਂ ਕਰ ਵੀ ਮੇਰੀ ਇੱਕ ਅੱਖ ਫੁੱਟ ਜਾਏ, ਉਹਨਾਂ ਦੀਆਂ ਦੋਵੇਂ ਫੁੱਟ ਗਈਆਂ, ਦੁੱਗਣਾ ਜੋ ਮਿਲਣਾ ਸੀ। ਕਹਿੰਦੇ ਮੇਰੇ ਜ਼ਰਾ ਮੂਹਰੇ ਖੂਹ ਹੋ ਜਾਏ, ਉਹਦੇ ਦੋ ਹੋ ਗਏ। ਇਹ ਉਹ ਨੇ, ਇਹ ਤਾਂ ਉਹ ਨੇ। ਇਹ ਜੀ ਈਰਖਾ ਚ, ਈਰ ਖਾਲੂ ਨੇ ਲੋਕ, ਇਹ ਗਿਆਨਦਾਰੀਆਂ ਨੂੰ ਪਤਾ ਈਰਖਾ ਇਹਨਾਂ ਦੇ ਅੰਦਰ ਹੈ, ਈਰਖਾ ਦੇ ਭਰੇ ਹੋਏ ਨੇ। ਸਿੱਖੀ ਚ ਈਰਖਾ ਵਾਸਤੇ ਕੋਈ ਜਗ੍ਹਾ ਨਹੀਂ, ਗਿਆਨ ਹੈ ਇਹਦੇ ਵਾਸਤੇ ਕੋਈ ਜਗ੍ਹਾ ਨਹੀਂ। ਸਾਡੇ ਨਾਲ ਜਿਹੜਾ ਈਰਖਾ ਕਰਦਾ ਪਿਆ ਕਰੀ ਜਾਵੇ, ਉਹ ਨਹੀਂ ਆਊਗਾ, ਉਹਦੇ ਨਿਆਣੇ ਆ ਜਾਣਗੇ, ਉਹਦੇ ਨਿਆਣੇ ਆ ਜਾਣਗੇ ਸਾਡੇ ਨਾਲ। ਰੰਗਜੇਬ ਨਹੀਂ ਆਇਆ, ਰੰਗਜੇਬ ਦਾ ਮੁੰਡਾ ਆ ਗਿਆ ਸਾਡੇ ਨਾਲ, ਬਹਾਦਰ ਸ਼ਾਹ ਆ ਗਿਆ ਨਾ, ਆ ਗਿਆ। ਔਰ ਰੰਗਜੇਬ ਦਾ ਮੁੰਡਾ ਨਹੀਂ ਆ ਗਿਆ ਦਸਮ ਪਾਤਸ਼ਾਹ ਦੇ ਨਾਲ, ਸਾਡੀ ਬਹੁਤ ਲੰਬੀ ਡੋਰ ਹੁੰਦੀ ਹੈ। ਜੇ ਉਹ ਵਿਰੋਧੀ ਉਹਦੇ ਜਵਾਕ ਆ ਜਾਣਗੇ ਸਾਡੇ ਨਾਲ, ਖੜੇ ਹੋ ਜਾਣਗੇ ਆ ਕੇ। ਇਹਨਾਂ ਨੂੰ ਕੀ ਪਤਾ ਖੇਡ ਕੀ ਹੈ। ਬਹਾਦਰ ਸ਼ਾਹ ਸਾਡੇ ਨਾਲ ਖੜਾ ਹੈ, ਉਹਦਾ ਹੀ ਮੁੰਡਾ, ਉਹਦੇ ਨਾਲ ਰਲ ਕੇ ਤਾਰਾ ਦਾ ਮਾਰਤਾ। ਬਹਾਦਰ ਸ਼ਾਹ ਨਾਲ ਕੇ ਉਹਦਾ ਹੀ ਸਗਾ ਭਾਈ ਜਿਹੜਾ ਖਰਾਬ ਸੀ, ਰੰਗਦੇਵ ਦੇ ਸੰਭਾਲਾ ਮਾਰਤਾ। ਇਹ ਜਿਹੜੀ ਅਸੀਂ ਨੀਤੀ ਜਾਣਦੇ ਹਾਂ ਨਾ ਧਰਮ ਵਾਲੇ,
ਇਹਨਾਂ ਦਾ ਫਰੇਸਤਿਆਂ ਨੂੰ ਨਹੀਂ ਪਤਾ ਨੀਤੀ ਕੀ ਹੁੰਦੀ ਹੈ। ਬੜੇ ਨੀਤੀਵਾਨ ਪੜ੍ਹੇ ਲਿਖੇ ਆਪਣੇ ਆਪ ਨੂੰ ਸਮਝਦੇ ਨੇ। ਜਿਹੜੀ ਨੀਤੀ ਖਾਲਸੇ ਕੋਲ ਹੈ ਨਾ, ਧਰਮ ਨੀਤੀ, ਯੁੱਧ ਨੀਤੀ ਔਰ ਰਾਜਨੀਤੀ, ਇਹਨਾਂ ਦੇ ਫਰੇਸਤਿਆਂ ਕੋਲ ਵੀ ਨਹੀਂ ਹੈ। ਕਿਤੇ ਬੜੇ ਸਿਆਣੇ ਬਣੇ ਫਿਰਦੇ ਹੁਣ ਵੀ ਅਸੀਂ ਪਤਾ ਨਹੀਂ ਕੀ ਹੋ। ਜ਼ਮੀਨ ਤੇ ਪੈਰ ਨਹੀਂ ਰਹਿਣ ਦੇਣੇ ਇਹਨਾਂ ਦੇ। ਜ਼ਮੀਨ ਨਿਕਲ ਜੂਗੀ ਥੱਲੇ। ਅੱਗੇ ਅਸੀਂ ਜਾਣਦੇ ਨਹੀਂ ਇਹਨਾਂ ਨੂੰ, ਭੁੱਲੇ ਹੋਏ। ਅਤਰਣ ਮੰਡਲ ਆ ਤਰਨ ਮੰਡਲ ਐਸਾ ਯੁੱਧ ਕਰਦੀ ਹੈ, ਰਣ ਨੂੰ ਵੰਡਦੀ ਹੈ। ਖਲ ਦਲ ਜਿੰਨੇ ਮਰਜੀ ਖਲ ਆ ਜਾਣ, ਮੂਰਖ ਆ ਜਾਣ, ਸਾਰਿਆਂ ਨੂੰ ਨੰਗੇ ਕਰ ਦਿੰਦੀ ਹੈ। ਹਰ ਵੰਡੰ ਸਾਰਿਆਂ ਦਾ ਨੰਗ ਜ਼ਾਹਰ ਕਰ ਦਿੰਦੀ ਹੈ। ਨੰਗਾ ਉਹ ਹੁੰਦਾ ਹੈ, ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਰਾਵਣ। ਜਿਹਦਾ ਸੱਚ ਨਹੀਂ ਪਹਿਨਿਆ ਹੋਇਆ ਉਹ ਨੰਗਾ ਹੈ। ਝੂਠ ਤੇ ਖੜਾ ਜਿਹੜਾ ਝੂਠ ਤੇ ਖੜਾ ਉਹ ਨੰਗਾ ਹੈ। ਜਿਹਦੇ ਸੱਚ ਤੇ ਖੜਾ ਉਹੀ ਢਕਿਆ ਹੋਇਆ। ਸੱਚ ਖਾਣਾ, ਸੱਚ ਪਹਿਨਣਾ। ਇਹ ਸਾਰੇ ਝੂਠੇ ਨੇ, ਝੂਠ ਨਾਲ ਜੁੜੇ ਨੇ, ਸਭ ਨੰਗੇ ਨੰਗ ਜ਼ਾਹਰ ਕਰ ਦੇਣਾ ਇਹਨਾਂ ਦਾ ਨੰਗ। ਬਰ ਵੰਡੰ ਬਹੁਤ ਹੀ ਸ਼ਕਤੀਸ਼ਾਲੀ ਹੈ। ਬਾਹਰ ਵੰਡਦੀ ਹੈ। ਬਲ ਕਹਿੰਦੇ ਨੇ ਬਲ ਨੂੰ ਸ਼ਕਤੀ। ਇਹ ਤਾਂ ਸ਼ਕਤੀ ਇੰਨੀ ਹੈ, ਦੇਖੋ ਜਿੰਨੀ ਮਰਜੀ ਬਣਦੀ ਰਹਿੰਦੀ ਹੈ। ਸਾਰੀ ਦੁਨੀਆ ਲੈ ਲਵੇ ਚਾਹੇ ਸ਼ਕਤੀ, ਇਹਦੀ ਮੁਕਦੀ ਹੈ। ਇਹਦਾ ਗਿਆਨ ਸਾਰੀ ਦੁਨੀਆ ਨੂੰ ਵਰਤਾ ਆਪਣੇ ਵਰਗਾ ਹੀ ਕਰ ਲੈਂਦੀ ਹੈ ਇਹ ਸਾਰਿਆਂ ਨੂੰ। ਇਹ ਐਸੀ ਬੁੱਧ ਹੈ ਜਿਹੜੀ ਬੁੱਧ ਗਿਆਨ ਵੰਡਦੀ ਹੈ, ਵੰਡਦੀ ਹੈ। ਜੋ ਲੈ ਲਵੇ, ਲੈਣ ਵਾਲਾ ਲੈ ਲਵੇ। ਗੁਰਮਤਿ ਗਿਆਨ ਇਹ ਦੇ ਰਹੀ ਹੈ, ਕੋਈ ਲਵੇ ਤਾਂ ਸਹੀ। ਅਸੀਂ ਕਹਾ ਨਾਲ ਲੈ ਕੇ ਜੰਮੇ ਸੀ ਇਹ ਗਿਆਨ, ਇੱਥੋਂ ਹੀ ਲਿਆ ਹੋਇਆ। ਉਹ ਇੱਥੋਂ ਹੀ ਲਿਆ। ਇਹਨਾਂ ਨੇ ਗਿਆਨ ਲੈਣਾ ਨਹੀਂ ਹੈ, ਇਹਨਾਂ ਨੇ ਤੈਨੂੰ ਖਤਮ ਕਰਨਾ ਗਿਆਨ ਨੂੰ। ਗਿਆਨ ਇਹ ਲੈ ਲੈਂਦੇ, ਇੱਥੋਂ ਹੀ ਲਿਆ, ਦਸਮ ਦੇ ਵਿੱਚੋਂ ਹੀ ਲਿਆ ਸੀ। ਤੁਸੀਂ ਗੱਲ ਤਾਂ ਕਰਕੇ ਦਿਖਾਓ ਬਰਾਬਰ ਆ ਕੇ ਖੜ ਕੇ। ਜਿੱਥੇ ਮਰਜ਼ੀ ਕਰ ਲਓ, ਜਿਹੜੀ ਮਰਜ਼ੀ ਸਟੇਜ ਤੇ ਕਰ ਲਓ, ਟੈਲੀਵਿਜ਼ਨ ਤੇ ਕਰ ਲਓ, ਜਿੱਥੇ ਮਰਜ਼ੀ ਕਰ ਲਓ। ਦਸਮ ਦੇ ਵਿੱਚੋਂ ਤੁਹਾਨੂੰ ਬੋਲ ਕੇ ਦਿਖਾਵਾਂਗੇ ਇਹਦੇ 'ਚ ਹੈ ਕੀ। ਉਹ ਤੁਹਾਡੇ ਸਮਝ ਚ ਆਇਆ ਲੈਣਾ ਦੇਣਾ। ਤੁਹਾਡੀ ਦਾਲ ਪੌੜੀਆਂ ਦੇ ਪੈਣ ਜੋਗੀ ਆ ਤੁਹਾਡੇ ਕੋਲ, ਸਾਰਿਆਂ ਕੋਲ। ਦੂਏ ਨੂੰ ਵਰਤਾਉਣ ਜੋਗੀ ਨਹੀਂ ਹੈ। ਕਹਿੰਦਾ ਉਹੀ ਦਾਲ ਦੀ ਜਿਹੜੀ ਪੌੜੀਆਂ ਤੇ ਪੈ ਗਈ। ਇਹਨਾਂ ਤੁਹਾਡੇ ਕੋਲ ਗਿਆਨ ਜਿਹੜਾ ਤੁਹਾਡੀ ਰੋਟੀ ਤੇ ਪੈ ਜਾਣ, ਕੌਲੀ ਦੀ ਵੀ ਲੋੜ ਨਹੀਂ ਹੈ। ਇੱਥੇ ਵਰ ਵੰਡਣਾ, ਇੱਥੇ ਲੰਗਰ ਹੈ ਸ਼ਬਦ ਦਾ। ਕੋਈ ਤੋਟਣਾ ਆਵੇ ਖੱਟੀਏ, ਇਹ ਤਾਂ ਲੰਗਰ ਚੱਲਦਾ, ਜਿੰਨਾ ਮਰਜ਼ੀ ਖਾਈ ਜਾਣ, ਤੋੜੇ ਨਹੀਂ ਹੈ। ਤੁਹਾਡੇ ਆਪਣੇ ਯੋਗਾ ਗਿਆਨ ਨਹੀਂ ਹੈ ਤੁਹਾਡੇ ਕੋਲ। ਆਪਣਾ ਬਚਾਓ ਕਰ ਲਿਓ, ਗਿਆਨ ਆਪਣੇ ਯੋਗਾ ਜ਼ਿਆਦਾ ਹੈ। ਜਾਂ ਆਪਣਾ ਬਚਾਓ ਕਰ ਲਓਗੇ। ਹੁਣ ਤੁਸੀਂ ਬਚਾਓ ਦੀ ਸੋਚੋ, ਬਚਾਓ ਕਿਹੜੇ ਰਸਤੇ ਕਰਨਾ। ਬੋਲ ਤਾਂ ਬਹੁਤ ਕੁਝ ਬੈਠੇ, ਬਚਾਓ ਹੁਣ ਕਿਵੇਂ ਹੋਊ ਤੁਹਾਡਾ। ਦੂਜੇ ਪਾਸੇ ਤੋਂ ਬਾਹਰ ਆਉਂਦਾ ਨਾ, ਹੁਣ ਗਿਆਨ ਖੜਕਦਾ ਚੱਲ ਪਿਆ। ਆਪਣਾ ਬਚਾਓ ਕਰੋ। ਹੁਣ ਤੁਹਾਡਾ ਬਚਾਓ ਹੈ ਕਿੱਥੋਂ। ਭੁਜ ਦੰਡ ਅਖੰਡੰ, ਜਿਹੜੀ ਭੁਜਾ ਹੈ ਜਿਹਦੇ ਹੱਥ 'ਚ ਹੈ, ਇੱਕ ਤਾਂ ਤਲਵਾਰ ਹੈ, ਇੱਕ ਭੁਜਾ ਹੈ ਜਿਹਦੇ ਹੱਥ 'ਚ ਹੈ। ਉਹ ਅਖੰਡਕ ਹੈ। ਐ ਨਹੀਂ ਵੀ ਉਹਨੂੰ ਭੁਜਾ ਨੂੰ ਫੜ ਦੂ ਕੋਈ। ਕੋਈ ਭੁਜ ਦੰਡ ਅਖੰਡੰ, ਉਹ ਦੰਡ ਦੇਣ ਵਾਲੀ ਹੈ ਇਹ। ਉਹ ਭੁਜਾ ਹੀ ਦੰਡ ਤਾਂ ਉਹਨੇ ਗਾਂ ਪਿੱਛੇ ਵਾਲੇ ਨੇ। ਤਲਵਾਰ ਤਾਂ ਚੱਲਣੀ ਹੈ, ਚਲਾਉਣੀ ਉਹਨੇ। ਸਜ਼ਾ ਤਾਂ ਉਹ ਪਿਛਲਾ ਦਿੰਦਾ। ਇਹ ਕੀਤੇ ਦੀ ਸਜ਼ਾ ਇਹਨਾਂ ਨੂੰ ਉਹਨੇ ਦੇਣੀ ਹੈ। ਹੁਣ ਇਹ ਬੰਦਾ ਨਹੀਂ ਕੋਈ ਦੇ ਸਕਦਾ ਸਜ਼ਾ। ਬੰਦਾ ਕੌਣ ਹੁੰਦਾ? ਬੰਦੇ ਦੇ ਹੱਥ ਤਾਂ ਕੁਛ ਹੁੰਦਾ ਹੀ ਨਹੀਂ। ਇਹਨੇ ਮਾਨਸ ਕਿਆ ਵਿਚਾਰਾ, ਮਾਨਸ ਕੀ ਚੀਜ਼ ਹੈ? ਮਾਨਸ ਤਾਂ ਕੁਝ ਵੀ ਨਹੀਂ, ਕੋਈ ਵੀ ਨਹੀਂ। ਇਹ ਆਪਣੇ ਆਪ ਨੂੰ ਸਮਝਦੇ ਹੋਣਗੇ, ਕੁਝ ਵੀ ਨਹੀਂ ਹੋਣਗੇ। ਜੇ ਸਮਝਦੇ ਨੇ ਤਾਂ ਮੂਰਖ ਨੇ, ਜੇ ਸਮਝਦੇ ਨੇ ਤਾਂ ਬਿਲਕੁਲ ਸਿੱਖ ਨਹੀਂ ਹਨ। ਜੇ ਸਿੱਖ ਨੇ ਕਮ ਸੇ ਕਮ ਸਮਝ ਲੈਣਾ ਹੈ ਆਪਣੇ ਆਪ ਨੂੰ। ਸਾਡੇ ਤਾਂ ਗੁਰੂ ਨਹੀਂ ਸਮਝਦੇ, ਜਿਹਨਾਂ ਨੂੰ ਅਸੀਂ ਗੁਰੂ ਮੰਨੀ ਬੈਠੇ ਹਾਂ ਆਪਣੇ ਆਪ ਨੂੰ। ਉਹ ਕਹਿੰਦੇ ਨਾਨਕ ਕਿਆ ਵਿਚਾਰ, ਨਾਨਕ ਕਿਆ ਮਨੁੱਖ। ਨਾਨਕ ਕਹਿੰਦਾ ਮਨੁੱਖ ਕੀ ਚੀਜ਼ ਹੈ? ਮਨੁੱਖ ਤਾਂ ਕੋਈ ਚੀਜ਼ ਹੈ ਹੀ ਨਹੀਂ। ਮਨੁੱਖ ਤਾਂ ਐਵੇਂ ਅਕੜਿਆ ਫਿਰਦਾ ਵੀ ਮੈਂ ਪਤਾ ਨਹੀਂ ਅਖਬਾਰ ਦੇ ਸਿਰ ਤੇ ਝੂਠ ਨੂੰ ਸੱਚ ਬਣਾ ਦੂੰਗਾ। ਵਾਹ ਬਾਈ ਵਾਹ।
ਵੀ ਬਾਰ-ਬਾਰ ਕਹੀ ਜਾਈਏ ਨਾ। ਇਹ ਜਿਹੜੇ ਕਪਟੀ ਆਦਮੀ, ਝੂਠੇ ਆਦਮੀ ਬਤਾਲੇ ਨੇ ਨਾ, ਉਹਨਾਂ ਦੀ ਫਿਲਾਸਫੀ ਇਹ ਹੈ ਮੰਨਣਾ। ਉਹ ਮੰਨਦੇ ਨੇ ਝੂਠ ਨੂੰ ਬਾਰ-ਬਾਰ ਰਿਪੀਟ ਕਰੀ ਜਾਓ, ਲੋਕ ਉਹਨੂੰ ਸੱਚ ਮੰਨ ਲੈਂਦੇ ਨੇ। ਇਹ ਗੱਲ ਤਾਂ ਗੁਰਬਾਣੀ ਨਹੀਂ ਮੰਨਦੀ, ਇਹਨੂੰ ਗੁਰਬਾਣੀ ਨਹੀਂ ਮੰਨਦੀ ਇਹ ਗੱਲ ਨੂੰ। ਇਹ ਝੂਠੇ ਲੋਕਾਂ ਦੀ ਮਾਨਤਾ ਹੋ ਸਕਦੀ ਹੈ। ਤੂੰ ਸੱਚ ਬਣਾ ਕੇ ਦਿਖਾ ਦੀ। 100 ਸਾਲ ਲਿਖੀ ਜਾ, 10 ਸਾਲ ਚ ਕੀ ਵਿਗਾੜਤਾ ਤੈਂ? 10 ਸਾਲ ਹੋ ਗਏ ਇਹਨੂੰ ਲਿਖਦੇ, ਕੀ ਵਿਗਾੜਤਾ? ਕੁਝ ਨਹੀਂ ਵਿਗੜਿਆ। ਕਿਸੇ ਨੇ ਜਵਾਬ ਨਹੀਂ ਦਿੱਤਾ ਤੇਰਾ ਬਹੁਤਾ। 9 ਸਾਲ ਹੋ ਗਏ, 9ਵੇਂ ਸਾਲ 10ਵੇਂ ਸਾਲ ਅਸੀਂ ਜਵਾਬ ਦੇਣ ਲੱਗੇ। ਹੁਣ ਤੂੰ ਆਪਣਾ ਬਚਾਓ ਕਰ ਲਈ, ਤੇਰਾ ਕੀ ਬਣੂਗਾ? ਹੁਣ ਤੂੰ 10 ਸਾਲ ਦੱਸ ਕੀ ਕਰਤਾ? ਜਿਹੜੇ ਬੰਦੇ ਨਾਲ ਤੇ ਉਹ ਵੀ ਟੁੱਟ ਗਏ, ਜਿਹੜੇ ਸਿਆਣੇ ਬੰਦੇ ਦੇ ਸਾਰ ਛੱਡ ਕੇ ਪਿੱਛੇ ਹੋ ਗਏ। ਕਿਉਂ ਹੋ ਗਏ ਵੀ ਪਿੱਛੇ ਤੇਰੇ ਨਾਲੋਂ? ਹੋਰ ਕੀ 10 ਸਾਲ ਤਾਂ ਜੋੜਿਆ ਕਿਹਨੂੰ ਹੈ? ਟੁੱਟੇ ਹੀ ਨੇ ਬੰਦੇ। ਟੁੱਟੇ ਬੰਦੇ ਤਾਂ ਨੇ ਝੂਠ ਸਾਬਤ ਹੋਈ ਜਾਂਦਾ। ਤੂੰ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ, ਕੋਈ ਤੇਰੇ ਤੇ ਕਾਹਤੇ ਕਰੂਗਾ? ਐ ਕਾਫਲੇ ਬਣਦੇ ਹੁੰਦੇ ਨੇ ਜਿਵੇਂ ਤੂੰ ਬਣਾ ਲੇਗਾ। ਜਿਹੜਾ ਆਦਮੀ ਕਪਟੀ ਹੈ, ਕਿਸੇ ਤੇ ਵਿਸ਼ਵਾਸ ਹੀ ਨਹੀਂ ਕਰਨਾ, ਉਹਦੇ ਨਾਲ ਕੌਣ ਤੁਰੂਗਾ? ਉਹਦੇ ਨਾਲ ਕੋਈ ਮੂਰਖ ਨਾ ਕੋਈ ਤੁਰਦਾ ਹੁੰਦਾ। ਜਿਹੜੇ ਤੇਰੇ ਨਾਲ 10 ਬੰਦੇ ਤੇ ਉਹ ਬਣਾ ਰਹੇ ਤੇਰੇ ਨਾਲ ਤਾਂ। ਹਾਂਜੀ, ਕੁਝ ਦੰਡ ਅਖੰਡੰ ਤੇਜ ਪ੍ਰਚੰਡੰ। ਤੇਜ ਪ੍ਰਚੰਡੰ, ਪ੍ਰਚੰਡ ਤੇਜ ਹੈ। ਪ੍ਰਚੰਡ ਤੇਜ ਹੈ। ਸੂਰਜ ਤਾਂ ਜਿਵੇਂ ਸੂਰਜ ਦਾ ਤੇਜ ਪ੍ਰਚੰਡ ਹੈ ਨਾ, ਸਾਡੇ ਕੋਲ ਐਡਾ ਬੜਾ ਹੋਰ ਕੋਈ ਦੀਵਾ ਨਹੀਂ ਸੰਸਾਰ 'ਚ। ਜੇ ਆਪਾਂ ਦੀਵਾ ਬਣੀਏ ਨਾ ਸੰਸਾਰ ਦਾ ਸੂਰਜ, ਇਹੋ ਜਿਹਾ ਪ੍ਰਚੰਡ ਹੈ ਜਿਹਦੇ ਮੂਹਰੇ ਕੋਈ ਸੰਸਾਰ ਦੀ ਅਕਲ ਕੰਮ ਨਹੀਂ ਕਰ ਸਕਦੀ। ਜਿਵੇਂ ਸੰਸਾਰ ਦਾ ਕੋਈ ਦੀਵਾ ਸੂਰਜ ਮੂਹਰੇ ਕੁਝ ਨਹੀਂ ਨਾ ਕਰਦਾ, ਐ ਦੁਨਿਆਵੀ ਕੋਈ ਅਕਲ, ਦੁਨਿਆਵੀ ਅਕਲ ਇੱਕ ਦੀਪ ਹੈ, ਉਹ ਸੂਰਜ। ਸਾਰੀ ਅਕਲ ਦਾ ਇੱਕ ਦੀਵਾ ਹੈ, ਬਿਲਕੁਲ ਦੀਵੇ ਜਿੰਨੀ ਲਾਈਟ ਹੈ। ਉਹ ਹੋਵੇ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ ਉਹਦਾ। ਜੋਤ ਅਮੰਡੰ। ਜੋਤ ਅਮੰਡਮ, ਭਾਨ ਪ੍ਰਭੰ। ਜੋਤ ਕੈਸੀ ਹੈ? ਭਾਨ ਜਿਹੜਾ ਹੁੰਦਾ ਨਾ ਸੂਰਜ, ਇਹ ਸਮਝ ਲਓ ਉਹਦੀ ਪ੍ਰਭਾ ਵਰਗੀ ਹੈ। ਉਹੀ ਸੂਰਜ ਦੀ ਪ੍ਰਭਾ ਜੈਸੀ ਧੁੱਪ ਹੈ ਨਾ, ਇੰਨੀ ਨਿਖਰਵੀਂ ਜੋਤ ਹੈ ਉਹ। ਸਪਸ਼ਟ ਰੋਸ਼ਨੀ ਹਰੇਕ ਚੀਜ਼ ਦੀਦੀ ਹੈ ਉਹਦੇ ਵਿੱਚ। ਕੁਛ ਦੇਖੋ, ਚਾਨਣੀ ਚੰਦਰਮਾ ਜਿਵੇਂ ਹੁੰਦੀ ਹੈ ਰਾਤ ਨੂੰ। ਪੂਰਨਮਾਸ਼ੀ ਦੇ ਚੰਦਰਮੇ ਨੂੰ ਗ੍ਰੰਥਾਂ ਦੇ ਵਿੱਚ ਸਭ ਤੋਂ ਵੱਡਾ ਮੰਨਿਆ ਹੋਇਆ। ਇਹਨਾਂ ਨੇ 16 ਕਲਾ ਸੰਪੂਰਨ ਨੂੰ ਵੱਡਾ ਅਵਤਾਰ ਮੰਨਿਆ ਹੋਇਆ। ਗੁਰਬਾਣੀ ਨਹੀਂ ਮੰਨਦੀ ਹੈ। ਚੰਦਰਮਾ ਪੂਰਨਮਾਸ਼ੀ ਦਾ ਵੀ ਹੋਵੇ, ਹੁੰਦੀ ਰਾਤ ਹੈ, ਦਿਨ ਨਹੀਂ ਹੁੰਦਾ। ਸੂਰਜ ਨਿਕਲਦੀ ਸਾਰੇ ਦਿਨ ਚੜ ਜਾਂਦਾ। ਚੰਦਰਮਾ ਤਾਰੇ ਫਿੱਕੇ ਪੈਣ ਲੱਗ ਜਾਂਦੇ ਨੇ। ਇਹ ਉਹ ਸੂਰਜ ਹੈ ਜਾਂ ਨਿਕਲਣਾ ਨਾ, ਇਹ ਜਿਹੜੇ ਛੋਟੇ ਛੋਟੇ ਨੇ ਗਿਆਨ ਵਾਲੇ ਤਾਰੇ, ਰਿਸ਼ੀ ਮੁਨੀਆਂ ਨੂੰ ਤਾਰੇ ਮੰਨਿਆ ਹੋਇਆ ਗੁਰਬਾਣੀ ਨੇ। ਜਿਹੜੇ ਵੱਡੇ ਅਵਤਾਰ ਨੇ, ਜਿਨ੍ਹਾਂ ਨੇ ਬਣਾਏ ਨੇ ਮੱਤ, ਉਹਨਾਂ ਨੂੰ ਤਾਰੇ ਹੀ ਮੰਨਿਆ ਹੋਇਆ। ਕ੍ਰਿਸ਼ਨ ਵਰਗਿਆਂ ਨੂੰ ਇਹਨਾਂ ਨੇ ਆਬਾਦੀ ਦਿੱਤੀ, ਉਹਨਾਂ ਲੋਕਾਂ ਨੇ ਵੀ ਇਹ ਚੰਦਰਮੇ ਦਾ ਲਾਈਟ ਹੈ। ਰਾਮਚੰਦਰ ਨੂੰ ਕਿਹਾ 14 ਕਲਾ, ਕ੍ਰਿਸ਼ਨ ਨੂੰ ਕਿਹਾ 16 ਕਲਾ। ਉਹਨਾਂ ਨੇ ਕਿਹਾ ਨਾ, ਗੁਰਬਾਣੀ ਨੇ ਤਾਂ ਨਹੀਂ ਦਿੱਤੀ ਨਾ ਇਹ ਆਬਾਦੀ। ਉਹਨਾਂ ਨੇ ਦੇ ਦਿੱਤੀ, ਖਬਰ ਕਿਹੜੇ ਲਾਲਚ ਨੂੰ ਦੇ ਦਿੱਤੀ। ਉਹ ਰਾਜਾ ਸੀਗਾ, ਉਹ ਵਿਦਵਾਨ ਸੀ, ਕਿਸੇ ਲਾਲਚ ਨੂੰ ਦੇ ਦਿੱਤੀ ਹੋ। ਪਰ ਰਾਤ ਇਹ ਹੁੰਦੀ ਹੈ, ਉਹ ਕਲੀਅਰ ਨਹੀਂ ਹੁੰਦਾ ਕੁਝ ਵੀ। ਰਾਤ ਨੂੰ ਬਹੁਤ ਦੂਰ ਤੱਕ ਨਹੀਂ ਦਿਖਦਾ ਹੈ। ਦਿਨ ਵਰਗੀ ਲਾਈਟ ਨਹੀਂ ਹੁੰਦੀ। ਦਿਨ ਜਦ ਚੜ੍ਹਦਾ ਜਾਂ ਸੱਚ ਪ੍ਰਗਟ ਹੁੰਦਾ। ਜਦ ਵਿਵੇਕ ਬੁੱਧੀ ਪ੍ਰਗਟ ਹੁੰਦੀ ਹੈ ਨਾ, ਫਿਰ ਰੁੱਤ ਆਉਂਦੀ ਹੈ। ਭਾਵੇਂ ਰੁੱਤ ਆਉਂਦੀ ਹੈ, ਮੇਘ ਵਰਸਦਾ, ਪਰ ਮੇਘ ਵੀ ਕੁਛ ਨਹੀਂ ਹੁੰਦਾ। ਮੇਘੇ ਕੇ ਹੱਥ ਕੁਛ ਨਹੀਂ। ਮੇਘੇ ਦੇ ਹੱਥ ਕੁਛ ਨਹੀਂ। ਮੇਘਾ ਤਾਂ ਕਿਸੇ ਦੇ ਹੱਥ 'ਚ ਖੇਲਦਾ। ਮੇਘਾ ਤਾਂ ਆਪ ਕਿਸੇ ਦੇ ਹੁਕਮ ਚੱਲਦਾ।
ਵੇਗੇ ਦੱਤ ਕੁਛ ਨਹੀਂ ਹੁੰਦਾ। ਉਹਨਾਂ ਨੇ ਤਾਂ ਕਿਹਾ ਵੀ ਸਾਨੂੰ ਕਿਤੇ ਨਾ ਸਮਝ ਲਿਓ ਵੀ ਅਸੀਂ ਕੁਛ ਹੈਗੇ ਹਾਂ, ਸਾਨੂੰ ਨਾ ਸਮਝ ਲਿਓ ਵੀ ਕੁਛ ਹੈਗੇ ਹਾਂ, ਅਸੀਂ ਤਾਂ ਕਿਸੇ ਦੇ ਹੱਥ 'ਚ ਖੇਡਦੇ ਹਾਂ। ਨਾਨਕ ਤਾਂ ਆਪ ਹੁਕਮੀ ਬੰਦਾ। ਆ ਜਿਹੜਾ ਬਾਕੀ ਝੂਠ ਬੋਲਿਆ ਹੋਇਆ ਇਹਨਾਂ ਦਾ ਹੀ ਹੈ, ਇਹ ਜਿਹਾ ਵਿਦਵਾਨਾਂ ਦਾ ਹੀ ਹੈ। ਅੱਜ ਸ਼ਰੀਕ ਪੈਦਾ ਕਰਤਾ ਜੀ, ਉਹ ਕਰਤਾ ਜੀ, ਇੱਥੇ ਸ਼ਰੀਕ ਹੁੰਦਾ ਹੀ ਨਹੀਂ। ਉਹ ਤਾਂ ਨਿਰਸ਼ਰੀਕ ਹੈ, ਸ਼ਰੀਕ ਪੈਦਾ ਕਰ ਦੋਗੇ ਤੁਸੀਂ ਉਹਦਾ। ਸਾਰੀ ਬਾਣੀ ਇੱਕ ਜਗ੍ਹਾ ਤਾਂ ਹੀ ਕੀਤੀ ਹੈ। ਕਬੀਰ ਦੀ ਬਾਣੀ ਵਿੱਚ ਰਲਾਤੀ, ਕਾਹਦੇ ਰਲਾਤੀ? ਕਾਹਦੇ ਰਲਾਤੀ? ਸ਼ਰੀਕ ਉਹੀ ਜਿਹੀ ਬਾਣੀ ਕਬੀਰ ਦੀ, ਉਹੀ ਜਿਹੀ ਗੁਰੂ ਨਾਨਕ ਦੀ ਹੈ, ਉਹੀ ਜਿਹੀ ਭਗਤਾਂ ਦੀ, ਉਹੀ ਜਿਹੀ ਸਤਿਅਬਲ ਬਣਦੀ ਹੈ। ਇਹ ਆਪ ਦੂਜੀ ਸ਼ਰੀਕ ਨਹੀਂ ਹੁੰਦੀ ਕਿਸੇ ਦੇ। ਸੱਚ ਦਾ ਸ਼ਰੀਕ ਕਦੇ ਨਹੀਂ ਹੁੰਦਾ, ਝੂਠਿਆਂ ਦੇ ਸ਼ਰੀਕ ਹੁੰਦੇ ਨੇ। ਸੱਚ ਜਿੰਨਾ ਮਰਜੀ ਹੋਵੇ ਇੱਕ ਥਾਂ ਹੋ ਜਾਂਦਾ, ਸ਼ਰੀਕ ਨਹੀਂ ਹੁੰਦਾ। ਚਾਹੇ 100 ਗ੍ਰੰਥ ਲਿਆਓ ਸੱਚ ਦਾ, ਉਹ ਸ਼ਰੀਕ ਨਹੀਂ ਹੁੰਦਾ ਇੱਕ ਦੂਏ ਦੇ। ਉਹੀ ਗੱਲ ਉਹ ਕਹਿੰਦਾ, ਉਹੀ ਹੋ ਕਹਿੰਦਾ। ਸ਼ਰੀਕ ਤਾਂ ਉਹ ਹੈ ਜਿਹੜਾ ਉਹਦੇ ਖਿਲਾਫ ਬੋਲੇ। ਸ਼ਰੀਕ ਹੁੰਦਾ ਖਿਲਾਫ ਬੋਲਣ ਵਾਲਾ। ਤੁਸੀਂ ਜੇ ਸ਼ਰੀਕ ਕਹਿੰਦੇ ਖਿਲਾਫ ਗੱਲ ਦੱਸੋ ਕਿਹੜੀ ਹੈ? 10 ਮਹਾਰਾਜ ਦੀ ਕੋਈ ਖਿਲਾਫ ਗੱਲ ਦੱਸੋ ਕਿਹੜੀ ਹੈ ਗੁਰਮਤਿ? ਫਿਰ ਸ਼ਰੀਕ ਕਹਿ ਸਕਦੇ। ਜਦ ਗੱਲ ਇੱਕ ਬੋਲਦੇ ਨੇ, ਸ਼ਰੀਕ ਉਹ ਹੁੰਦਾ ਜਿਹੜਾ ਮੁਖਾਲਫ ਤੇ ਖੜਾ ਹੋਵੇ। ਇਹਨਾਂ ਨੂੰ ਇਹੀ ਨਹੀਂ ਪਤਾ ਵੀ ਅਸੀਂ ਸ਼ਰੀਕ ਤਾਂ ਕਹਿ ਦਿੱਤਾ। ਹੁਣ ਇਹਦੀ ਵਿਆਖਿਆ ਕਰਕੇ ਦਿਖਾਉਣ ਸ਼ਰੀਕ ਤੇ ਹੀ। ਸ਼ਰੀਕ ਹੁੰਦਾ ਕੌਣ, ਕਿਵੇਂ ਹੁੰਦਾ, ਕੀ ਕਰਦਾ ਹੁੰਦਾ, ਗਾਹਾਂ ਬੋਲਣ। ਹੁਣ ਇਹਨਾਂ ਨੂੰ ਮੈਂ ਪੁੱਛੂਗਾ ਸ਼ਰੀਕ ਕੀ ਹੁੰਦਾ, ਨਾਲ ਦੱਸੂਗਾ। ਭਾਸ਼ਾ ਇਹਨਾਂ ਨੂੰ ਪੜ੍ਹਾ ਕੇ ਛੱਡਾਂਗੇ ਤੁਰ ਸਹੀ। ਇਹ ਕੀ ਜਾਣ ਵਿਚਾਰੇ ਅਨਪੜ੍ਹ ਆਦਮੀ ਨੇ। ਹਾਂਜੀ। ਸੁਖ ਸੰਤਾਂ ਕਰਨੰ ਦੁਰਮਤ ਦਰਨੰ। ਦੇਖੋ ਕੀ ਹੈ ਕਹਾ, ਸੁਖ ਸੰਤਾਂ ਕਰਨ। ਸਿਰਫ ਸੰਤਾਂ ਨੂੰ ਸੁਖ ਕਰਦੀ ਹੈ, ਇਹ ਜਿਹਾ ਨੂੰ ਨਹੀਂ ਸੁਖ ਕਰਦੀ। ਇਹ ਆਪ ਸ਼ਰੀਕ ਨੇ ਸੱਚ ਦੇ। ਸੱਚ ਦੇ ਸ਼ਰੀਕ ਆਪ ਹੋਏ ਨੇ। ਦੁਰਮਤ ਦਰਨੰ। ਸੁਖ ਸੰਤਾਂ ਕਰਨ, ਸੰਤਾਂ ਦੇ ਹਿਰਦਿਆਂ 'ਚ ਸੁਖ ਪੈਦਾ ਕਰਦੀ ਹੈ, ਗੁਰਮਤਿ ਪ੍ਰਗਟ ਹੁੰਦੀ ਹੈ। ਆ ਜਿਹੜੇ ਦੁਰਜਨ ਨੇ ਉਹਨਾਂ ਨੂੰ ਤਾਂ ਦਲਣ ਵਾਲੀ ਹੈ ਇਹ। ਸੁਖ ਸੰਤਾਂ ਕਰਨ ਦੁਰਮਤ ਦਲਣ। ਦੁਰਮਤ ਹੈ ਨਾ ਜਿਹੜੀ ਅੱਜ ਇਹ ਦੁਰਮਤ, ਇਹ ਦੁਰਮਤ ਹੈ। ਉਹ ਜਿਹੜੇ ਦਸਮ ਗ੍ਰੰਥ ਨੂੰ ਕਿਤਾਬ ਲਿਖਦੇ ਨੇ, ਦੁਰਮਤ ਹੋਰ ਕੀ ਹੁੰਦੀ ਹੈ? ਹੋਰ ਕੀ ਹੋਊ? ਤੋਂ ਇੱਕ ਪਾਸੇ ਤਾਂ ਗੁਰੂ ਗ੍ਰੰਥ ਨੂੰ ਗੁਰੂ ਕਹਿੰਦੇ ਨੇ, ਇੱਕ ਪਾਸੇ ਉਹਦੀ ਲਿਖਤ ਨੂੰ ਕਿਤਾਬ ਕਹਿੰਦੇ ਨੇ। ਉਹ ਗੁਰੂ ਹੀ ਨਹੀਂ। ਉਹ ਗੁਰੂ ਕਾਹਦਾ ਹੋਇਆ ਫਿਰ? ਆਨੰਦ ਸਾਹਿਬ ਪੜ੍ਹ ਕੇ ਦੇਖੋ ਕੀ ਲਿਖਿਆ ਹੋਇਆ। ਆਵੋ ਸਿੱਖ ਸਤਿਗੁਰੂ ਕੋ ਪਿਆਰੇ ਹੋ, ਗਾਵੋ ਸੱਚੀ ਬਾਣੀ। ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ। ਕੀ ਉਹ ਗੁਰੂ ਜੇ ਹੈ, ਉਹਦੀ ਬਾਣੀ ਹੈ, ਫਿਰ ਬਰਾਬਰ ਕਿਉਂ ਨਹੀਂ? ਪਰਵੇ ਦੱਸੋ, ਦੱਸੋ ਕਿਉਂ ਨਹੀਂ ਬਰਾਬਰ? ਉਹਦੀ ਵਜ੍ਹਾ ਦੱਸੋ ਬਰਾਬਰ ਕਿਉਂ ਨਹੀਂ? ਕੋਈ ਉਹਦਾ ਵਿਰੋਧ ਕਰਦੀ ਹੈ, ਕੋਈ ਕੱਚ ਹੈ, ਕੋਈ ਪੱਕਾ ਹੈ, ਕਿਉਂ ਨਹੀਂ ਹੈ? ਇੱਕ ਇੱਕ ਗੱਲ ਦਾ ਜਵਾਬ ਮੰਗ ਲੈਣਾ, ਇਹਨਾਂ ਨੂੰ ਤਾਂ ਖਹਿੜਾ ਛਡਾਉਣਾ ਔਖਾ ਹੋ ਜਾਣਾ। ਹੁਣ ਜਿੰਨੇ ਵੀ ਬੈਠੇ ਨੇ, ਜਿੰਨਿਆਂ ਦੀ ਵੀ ਬਾਣੀ ਹੈ ਸਾਰੇ ਗੁਰੂ ਨੇ। ਨਹੀਂ ਉਹ ਕੱਢੋ ਬਾਹਰ, ਫਿਰ ਇਹ ਗੁਰੂ ਨਹੀਂ ਹੜੋ। ਬਾਣੀ ਦਾ ਗਾਵੋ ਗੁਰੂ ਕੇਰੀ। ਜਿੰਨੀ ਗੁਰਬਾਣੀ ਹੈਗੀ ਸਾਰੀ ਗੁਰੂ ਦੀ ਹੈ। ਇਹ ਕੱਢ ਦਿਓ ਫਿਰ ਵਿੱਚੋਂ। ਸੱਤੇ ਪ੍ਰਮਾਣ ਦੀ ਕੱਢ ਦਿਓ, ਭੱਟਾਂ ਦੇ ਸਵਈਏ ਕੱਢ ਦਿਓ, ਭਗਤਾਂ ਦੀ ਬਾਣੀ ਕੱਢ ਦਿਓ। ਕੱਢ ਦਿਓ ਫਿਰ ਵਿੱਚੋਂ। ਉਹ ਤੁਸੀਂ ਮੁਦਾਵਣੀ ਉਹ ਕੱਢ ਕੇ ਦਿਖਾ ਦਿਓ ਜਿਹੜੀ ਗੁਰੂ ਕੀ ਬਾਣੀ ਹੋਏ ਨਹੀਂ। ਮੁਦਾਵਣੀ ਨਹੀਂ ਕੱਢ ਹੋਈ, ਕਿਸੇ ਨੇ ਪਾ ਤਾਂ ਦਿੱਤੀ, ਗੱਲਾਂ ਮਾਰਦੇ ਨੇ ਨਾ। ਰਾਗਮਾਲਾ ਸੱਚ ਮੁਦਾਵਣੀ ਤੋਂ ਬਾਅਦ ਰਾਗਮਾਲਾ ਹੀ ਕੱਢ ਕੇ ਦਿਖਾ ਦੇਣੇ।
ਇਹ ਗ੍ਰੰਥ ਧਰਮ ਗ੍ਰੰਥਾਂ ਦੇ ਵਿੱਚੋਂ ਕੋਈ ਅੱਖਰ ਕੱਢ ਲੈਣਾ, ਜਿਹੜੀ ਮਜ਼ਾਕ ਗੱਲ ਸਮਝਦੇ ਨੇ ਇਹ ਬਾਈਬਲ ਨਹੀਂ ਹੈਗੀ। ਬਾਈਬਲ ਕੋਈ ਧਰਮ ਦੀਆਂ ਕਹਾਣੀਆਂ ਨੇ, ਉਹ ਤਾਂ ਝੂਠੀਆਂ ਸਾਬਤ ਹੋ ਗਈਆਂ। ਇਹਨੂੰ ਝੂਠਾ ਸਾਬਤ ਕਰੋ, ਤੁਸੀਂ ਇਹਦਾ ਝੂਠ ਸਾਬਤ ਕਰੋ, ਫਿਰ ਦੇਖਾਂਗੇ ਗੱਲ ਕੀ ਹੈ। ਉਹਦਾ ਸਾਬਤ ਸਾਇੰਸ ਨੇ ਕਰਤਾ ਵੀ ਝੂਠ ਹੈ, ਉਹ ਇਹਨੂੰ ਸਾਬਤ ਕਰੋ ਵੀ ਝੂਠ ਹੈ। ਆਗੇ ਘਰੋਂ ਉੱਠ ਕੇ ਗਾਂ ਬੋਲਣਾ ਕਿਦਾ, ਉਹ ਅਸੀਂ ਤਾਂ ਚੁੱਪ ਕਰੇ ਤੇ ਜਾਣ ਕੇ ਸਾਨੂੰ ਸਭ ਪਤਾ ਵੀ ਕਿੰਨਾ ਕੁ ਪਾਣੀ ਇਹਨਾਂ ਚ। ਬਾਬਾ ਜੀ ਅਗੇ ਲੌਂਗੋਂ ਉਲਟੇ ਸਮਝਦੇ ਸਾਨੂੰ, ਕਹਿੰਦਾ ਬਾਬਾ ਜੀ ਸਾਰੀ ਲੌਂਗੋਂ ਉਲਟੇ ਸਮਝਦੇ, ਅਸੀਂ ਤਾਂ ਸਾਰੇ ਉਲਟੇ ਸਮਝਦੇ ਸੀ। ਇਹਨਾਂ ਨੂੰ ਪਤਾ ਕੀ ਹੈ ਵਿਚਾਰਿਆਂ ਨੂੰ। ਧਰਮ ਜਾਂ ਤੁਹਾਡਾ ਵਿਸ਼ਾ ਹੀ ਨਹੀਂ, ਤੁਸੀਂ ਪੰਗਾ ਕਿਉਂ ਲੈਂਦੇ ਹੋ? ਤੇ ਤੁਹਾਡਾ ਵਿਸ਼ਾ ਨਹੀਂ ਧਰਮ, ਪੰਗਾ ਕਿਉਂ ਲਿਆ ਤੁਸੀਂ? ਤੇ ਪੰਗਾ ਲੈ ਲਿਆ ਜਾਓ ਫਿਰ। ਹੁਣ ਜੇ ਮੈਦਾਨ ਚ ਆ ਗਿਆ ਭਲਵਾਨ, ਇੱਕ ਤਾਂ ਭਲਵਾਨ ਭਲਵਾਨੀ ਕਰਦਾ, ਇੱਕ ਆ ਗਿਆ ਉਹੀ, ਉਹ ਤਾਂ ਫਿਰ ਤਸੋ ਕੇ ਛੱਡੂਗਾ। ਹੁਣ ਪਹਿਲਾਂ ਖਾੜੇ 'ਚ ਭਾਜੂਗਾ, ਕੰਨਾਂ ਨੂੰ ਹੱਥ ਲਾ ਕੇ ਨਹੀਂ ਛੱਡੂਗਾ, ਤਸੋ ਕੇ ਉਹ ਕਸਰ ਕਿਵੇਂ ਛੱਡ ਦੂਗਾ? ਆਇਆ ਕਿਉਂ ਮੈਦਾਨ 'ਚ? ਕਿਉਂ ਆਇਆ ਤੂੰ? ਤੈਨੂੰ 9 ਸਾਲ ਹੋ ਗਏ ਥਾਪੀਆਂ ਲਾਉਂਦੇ ਨੂੰ, ਆਹ ਮੈਦਾਨ 'ਚ ਤੁਹਾਨੂੰ ਦੱਸੀਏ। ਸਾਬਤ ਕਰ ਵੀ ਕੀ ਕੱਚ ਹੈ, ਕੱਚ ਸਾਬਤ ਕਰੇ ਕਿੱਥੇ? ਚਾਹੇ ਕਿਸੇ ਦੀ ਵੀ ਹੈ ਬਾਣੀ, ਗੁਰੂ ਦੀ ਹੈ ਉਹ, ਜਾਂ ਕੱਚ ਨਹੀਂ ਹੈ ਉਹ 'ਚ। ਇਸ ਕਸੌਟੀ ਨਾਲ ਪਈ ਹੈ ਸਾਰੀ ਬਾਣੀ, ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਈ ਹੈ ਨਾ। ਸਾਰੇ ਦਾ ਗੁਰੂ ਨਹੀਂ ਹੋਇਆ, ਉਹ ਸੁੰਦਰ ਗੁਰੂ ਸੀਗਾ, ਪਰ ਉਹ ਵੀ ਗੁਰੂ ਦੀ ਬਾਣੀ ਹੈ। ਬਾਣੀ ਦਾ ਗਾਵੋ ਗੁਰੂ ਕੇਰੀ। ਗੁਰੂ ਹੋਰ ਹੁੰਦਾ ਹੈ, ਬਾਣੀ ਗੁਰੂ ਕੇਰੀ ਹੁੰਦੀ ਹੈ। ਬਾਣੀ ਗੁਰੂ ਨਹੀਂ ਹੁੰਦੀ। ਇਹ ਗੁਰਬਾਣੀ ਜਿਹੜੀ ਅਸੀਂ ਗਾਉਂਦੇ ਹਾਂ, ਇਹ ਗੁਰੂ ਕੇਰੀ ਹੈ, ਆਪ ਗੁਰੂ ਨਹੀਂ ਹੈ। ਅਗੇ ਜਿਹਨੂੰ ਗੁਰਿਆਈ ਦੇ ਦਿੱਤੀ, ਤੁਸੀਂ ਦੇਤੀ ਗੁਰਿਆਈ, ਦੇ ਕੇ ਦਿਖਾਓ ਕਿ ਮੈਂ ਦੇ ਦੂੰਗੇ। ਗੁਰਬਾਣੀ 'ਚ ਇੰਨਾ ਕੁਛ ਲਿਖਿਆ, ਇਹਨਾਂ ਦੀ ਮੱਤ ਮਾਰੀ ਜਾਣੀ ਹੈ। ਮੱਤ ਤਾਂ ਪਹਿਲਾਂ ਹੀ ਮਾਰੀ ਹੋਈ ਹੈ। ਇਹਨਾਂ ਨੂੰ ਹੁਣ ਪਤਾ ਲੱਗੂ ਸਾਡੇ ਪੱਲੇ ਹੀ ਕੱਖ ਨਹੀਂ ਹੈ। ਬਾਣੀ ਦਾ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਬਾਣੀਆਂ ਸਾਰੀਆਂ ਦੇ ਉੱਤੇ, ਇਹ ਬਾਣੀ ਮਹਾਂਪੁਰਖ ਹੀ ਹੈ, ਇੱਕ ਦੀ ਬੋਲਿਆ ਚਾਹੇ ਕੋਈ ਹੋਵੇ। ਬਾਣੀ ਨਹੀਂ ਕਿਸੇ ਦੀ ਹੁੰਦੀ ਹੈ, ਇੱਕ ਦੀ ਹੋਈ ਹੈ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਬਾਣੀ ਬਿੱਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖੀ, ਮਹਾਂਪੁਰਖ ਦੀ ਬਾਣੀ ਇੱਕ ਦੀ ਹੋਈ ਹੈ ਸਾਰੀ। ਉਹ ਇਹਨਾਂ ਨੂੰ ਬੜਾ ਪਤਾ ਕੀ ਗੱਲ ਹੈ। ਇਹਨਾਂ ਨੂੰ ਕੋਈ ਹੋਰ ਹੀ ਦਿੰਦਾ, ਅੱਖਾਂ ਨੂੰ ਸੂਤਕ ਹੈ, ਨਾ ਕੰਨਾਂ ਨੂੰ ਸੂਤਕ ਹੈ, ਜੀਭ ਨੂੰ ਸੂਤਕ ਹੈ। ਪਹਿਲਾਂ ਸੂਤਕ ਦਾ ਇਲਾਜ ਕਰ ਲਓ, ਫਿਰ ਗੱਲ ਕਰਿਓ। ਧਰਮ ਦਾ ਚਰਚਾ ਤੇ ਪਹਿਲਾਂ ਸੂਤਕ ਦਾ ਇਲਾਜ ਕਰ ਲਈਦਾ ਹੁੰਦਾ। ਕੰਨਾਂ ਨੂੰ ਤੁਹਾਡੇ ਸੂਤਕ, ਅੱਖਾਂ ਨੂੰ ਤੁਹਾਡੇ ਸੂਤਕ, ਜੀਭ ਨੂੰ ਤੁਹਾਡੇ ਸੂਤਕ, ਪੈਰਾਂ ਨੂੰ ਤੁਹਾਡੇ ਸੂਤਕ, ਹੱਥਾਂ ਨੂੰ ਤੁਹਾਡੇ ਸੂਤਕ। ਗੱਲ ਕਰ ਲਾਂਗੇ ਧਰਮ ਦੀ, ਪਹਿਲਾਂ ਲਾ ਕੇ ਆਓ, ਫਿਰ ਗੱਲ ਕਰਿਓ। ਪਹਿਲਾਂ ਪੁੱਛੋ ਕਿਸੇ ਨੂੰ ਕਿਵੇਂ ਲੈਣਾ ਹੁੰਦਾ, ਪਹਿਲਾਂ ਪੁੱਛ ਲਓ ਕਿਸੇ ਨੂੰ ਲੈਣਾ ਕਿਵੇਂ ਹੁੰਦਾ। ਜਿੱਦਣ ਸੂਤਕ ਲਾਉਣ ਲੱਗੇ ਪੈਂਟ ਪਹਿਲਾਂ ਲਾ ਦੇਣੀ ਹੈ, ਲੈ ਜਾਣੀ ਹੈ। ਜਿੱਦਣ ਸੂਤਕ ਲੈਣ ਲੱਗ ਗਿਆ ਪੈਂਟ ਪਹਿਲਾਂ ਲਾਉਣੀ ਪੈਣੀ ਹੈ। ਸੂਤਕ ਹੀ ਨਹੀਂ ਲੈਣਾ। ਕੋਈ ਇੱਕ ਆਦਮੀ ਮੈਨੂੰ ਸੂਤਕ ਲਿਆ ਹੋਇਆ ਦਿਖਾ ਦੇ ਜਿਹਦੇ ਪੈਂਟ ਹੈ। ਬਕਵਾਸ ਕਰੀ ਜਾਂਦੇ ਨੇ ਸਾਰੇ। ਇੱਕ ਬੰਦਾ ਦਿਖਾਓ ਕੱਢ ਕੇ ਪੈਂਟ ਵਾਲਿਆਂ ਚੋਂ ਜੇ ਸੂਤਕ ਉਤਰਿਆ ਹੋਵੇ। ਸੂਤਕ ਦਾ ਜੋ ਚੋਲੇ ਵਾਲਿਆਂ ਦਾ ਨਹੀਂ ਉਤਰਿਆ, ਤੁਹਾਡਾ ਕੀ ਉਤਰਨਾ? ਬੜੀ ਸੌਖੀ ਗੱਲ ਹੈ। ਉਹਨਾਂ ਦਾ ਨਹੀਂ ਉਤਰਿਆ, ਸਾਰੀ ਜ਼ਿੰਦਗੀ ਹੋ ਗਈ ਗੱਲਾਂ ਮਾਰਦੇ ਨੇ ਘਰ ਬੈਠੇ। ਕਿਲ ਵਿਖ ਹਰਨੰ ਅਸ ਸਰਨੰ, ਕਿਲ ਵਿਖਾਰਨ ਅਸਰਨ। ਕਿਲ ਵਿਖਾਰਨ ਦਾ ਜਿਹੜੇ ਮਾਇਆ ਦੇ ਸਾਡੀ ਚਿੰਤਾਵਾਂ ਨੇ, ਸਾਡੇ ਅੰਦਰ ਵਿਖ ਹੁੰਦੀ ਹੈ ਮਾਇਆ, ਕਿਲ ਹੁੰਦੀ ਹੈ ਚਿੰਤਾ, ਚੁਭਦਾ। ਚਿੰਤਾ ਮਾਇਆ ਵਾਸਤੇ ਚਿੰਤਾਵਾਂ ਨੇ, ਹਉਮੈ ਵਾਸਤੇ ਵੀ ਕੱਢਾ ਹੁੰਦੇ ਨਾ। ਅੰਤਰ ਹਉਮੈ ਕੱਢਾ ਹੈ, ਜਿਉ ਜਿਉ ਚਲਾ ਚੁਭੈ ਦੁੱਖ ਪਾਵੇ, ਜਬ ਕਾਲ ਸਹਿ ਡੰਡਾ ਹੈ। ਆਹ ਤਾਂ ਇਹਨਾਂ ਦੇ ਕੋਲ ਹੈ, ਆਹ ਹਾਲਤ ਹੈ ਇਹਨਾਂ ਦੀ। ਇਹਨਾਂ ਦੀ ਹਾਲਤ ਹੈ ਜਿਹੜੇ ਰੌਲਾ ਪਾਉਂਦੇ ਨੇ। ਆ ਇਹਨਾਂ ਵਾਸਤੇ ਨੇ ਸ਼ਬਦ ਲਿਖੇ ਹੋਏ। ਧੀਰਮਲ ਵੀ ਤਾਂ ਗੁਰੂ ਦੇ ਘਰ ਪੈਦਾ ਹੋਇਆ ਸੀ। ਰਾਮ ਰਾਏ ਵੀ ਤਾਂ ਗੁਰੂ ਘਰ 'ਚ ਪੈਦਾ ਹੋਇਆ ਸੀ। ਜੇ ਤੁਸੀਂ ਸਿੱਖਾਂ ਦੇ ਘਰ ਪੈਦਾ ਹੋ ਗਏ, ਸਿੱਖ ਬਣ ਗਏ।
ਤੂੰ ਤਾਂ ਸਿੱਖਾਂ ਦੇ ਘਰ ਪੈਦਾ ਹੋਇਆ, ਗੁਰੂ ਦੇ ਤਾਂ ਹੋਏ ਨਹੀਂ। ਸ੍ਰੀ ਚੰਦ ਵੀ ਤਾਂ ਗੁਰੂ ਦੇ ਘਰੇ ਪੈਦਾ ਹੋਇਆ ਸੀ। ਪਿਰਥੀਆ ਕਿੱਥੇ ਪੈਦਾ ਹੋਇਆ ਸੀ? ਤੁਹਾਨੂੰ ਕਾਹਦੀ ਆਕੜਾ ਸਿੱਖਾਂ ਦੇ ਘਰ ਪੈਦਾ ਹੋ ਗਏ? ਉਹ ਪਿਰਥੀ ਵਾਲੇ ਹੋ ਤੁਸੀਂ ਸਾਰੇ ਹੋ ਜਿਨ੍ਹਾਂ ਨੇ ਬਾਈਕਾਟ ਕੀਤਾ ਸੀ ਨਾ ਗੁਰੂ ਘਰ ਨੇ। ਉਹ ਬਾਈਕਾਟ ਕੀਤਾ ਅਕਾਲ ਤਖਤ ਨੇ, ਹੋਰ ਕੀ ਕੀਤਾ? ਕੀ ਕਰਦੇ ਹੋਰ ਭਾਈ? ਇਹਨਾਂ ਨੇ ਹੁਕਮ ਹੈ ਸਾਨੂੰ ਰਾਮ ਰਈਆਂ ਨਾਲ ਧੀਰ ਮੱਲੀਆਂ ਨਾਲ ਮੇਲ ਨਹੀਂ ਕਰਨਾ। ਤੁਸੀਂ ਰਾਮ ਰਈਏ ਧੀਰ ਮੱਲਿਓ, ਅਸੀਂ ਤੁਹਾਡੇ ਨਾਲ ਕਾਹਦੇ ਮੇਲ ਰੱਖੀਏ? ਆਪਣਾ ਅੱਡ ਪੰਥ ਬਣਾ ਲਓ, ਤੁਸੀਂ ਅੱਡ ਪੰਥ ਬਣਾ ਲਓ। ਠੀਕ ਕੀਤਾ ਉਹਨਾਂ ਨੇ, ਕਰਨਾ ਹੀ ਚਾਹੀਦਾ ਸੀ ਉਹਨਾਂ ਨੂੰ। ਕਿਲਵਿਕ ਹਰਨੰ ਅਸ਼ਰਨੰ, ਕਿਲਵਿਕ ਹਰਨੰ ਅਸ਼ਰਨੰ। ਤੂੰ ਕਿਲਵਿਕ ਹਰਨ ਵਾਲੀ ਹੈ, ਸਾਰੇ ਚਿੰਤਾਵਾਂ ਦੂਰ ਕਰਨ ਵਾਲੀ ਹੈ। ਅਸ਼ਰਨੰ, ਮੈਂ ਤੇਰੀ ਸ਼ਰਨ ਆਇਆ ਹਾਂ, ਮੈਂ ਤੇਰੀ ਸ਼ਰਨ ਚ ਆਇਆ। ਇਹ ਕੀ ਹੈ? ਇਹ ਹੁਕਮ, ਹੁਕਮ ਦੀ ਸ਼ਰਨ ਹੈ। ਤੁਰ ਕੀ ਬਾਣੀ ਹੈ, ਉਹਦੀ ਸ਼ਰਨ। ਜੈ ਜੈ ਜਗ ਕਾਰਨ ਸ੍ਰਿਸ਼ਟੀ ਉਬਾਰਨ, ਜੈ ਜੈ ਜਗ ਕਾਰਨ, ਜਗ ਨੂੰ ਦੇ ਰਚਣ ਦਾ ਕਾਰਨ ਤੂੰ, ਤੈਂ ਜਗ ਰਚਿਆ, ਕਾਰਨ ਤੂੰ। ਜੇ ਹੁਕਮ ਹੋਊਗਾ ਤਾਂ ਸ੍ਰਿਸ਼ਟੀ ਰਚ ਹੋਊਗੀ। ਹੁਕਮ ਨਾ ਰਚੀਏ ਸ੍ਰਿਸ਼ਟੀ। ਜਗ ਕਾਰਨ ਸ੍ਰਿਸ਼ਟੀ ਉਬਾਰਨ। ਫਿਰ ਸ੍ਰਿਸ਼ਟੀ ਨੂੰ ਕੀ ਕਰ ਰਹੀ ਹੈ? ਉਬਾਰਨ। 84 ਲੱਖ ਪੌੜੀ ਥੱਲੇ ਤੇ ਉੱਤੇ ਨੂੰ ਲੈ ਕੇ ਆ ਰਹੀ ਹੈ। ਆਖਰੀ ਪੌੜੀ ਆਦਮੀ ਦੀ ਹੈ, ਉਬਾਰ ਰਹੀ ਹੈ ਉੱਤੇ ਨੂੰ। ਬੁੱਧੀ ਦਾ ਵਿਕਾਸ ਕਰ ਰਹੀ, ਵਿਕਾਸ ਕਰ ਰਹੀ ਹੈ ਬੁੱਧੀ ਦਾ ਵਿਕਾਸ, ਸਾਰਿਆਂ ਦਾ ਡਿਵੈਲਪਮੈਂਟ ਕਰ ਰਹੀ ਹੈ। ਅਕਲ ਦਾ ਡਿਵੈਲਪਮੈਂਟ ਹੋ ਰਿਹਾ ਇੱਥੇ ਸੰਸਾਰ 'ਚ। ਅਕਲ ਦੀ ਡਿਵੈਲਪਮੈਂਟ ਵਿਵੇਕ ਬੁੱਧੀ ਦੇ ਆ ਕੇ ਐਂਡ ਹੈ, ਬਸ ਇੱਥੇ ਤੱਕ ਲੈ ਕੇ ਜਾਣਾ। ਇਹਨੇ ਆਪਣੇ ਵਰਗੀ ਬਣਾਉਣਾ ਸਾਰਿਆਂ ਨੂੰ। ਗਿਆਨ ਅੰਦਰੇ ਕਿਉਂ ਦਿੱਤੇ ਨੇ ਸਾਨੂੰ? ਗਿਆਨ ਅੰਦਰੇ ਗਿਆਨ ਵਾਸਤੇ, ਗਿਆਨ ਅੰਦਰੇ ਤਾਂ ਦਿੱਤੇ ਨੇ, ਗਿਆਨ ਇਹਨਾਂ ਨਾਲ ਲੈਣਾ। ਜਾਨਵਰਾਂ ਨੂੰ ਵੀ ਆਈ ਜਾਂਦਾ ਗਿਆਨ ਇਹਨਾਂ ਨੂੰ। ਫਿਰ ਅਕਲ ਅੱਡ ਹੈ, ਦਿਮਾਗ ਅੱਡ ਪਿਆ, ਉਹਦੇ ਨਾਲ ਗਿਆਨ ਅੱਡ ਆਉਣਾ। ਇਹ ਖੇਲ ਹੈ ਇੱਥੇ, ਸਿਰਫ ਗਿਆਨ ਦੇਣ ਵਾਸਤੇ ਬਣਾਇਆ ਹੈ ਸ੍ਰਿਸ਼ਟੀ ਸਾਰੀ। ਇਹ ਤਾਂ ਗਿਆਨ ਦੇ ਰਹੇ ਨੇ। ਆਖਰੀ ਪੌੜੀ ਤੇ ਆਦਮੀ ਪਹੁੰਚਾਤਾ। ਹੁਣ ਕੋਈ ਥੱਲੇ ਮੂਰਖ ਥੱਲੇ ਛਾਲ ਮਾਰ ਦੇਵੇ, ਉਹ ਖੋਤਾ ਖੂਹ ਚ ਡਿੱਗ ਪਵੇ, ਉਹ ਜ਼ਿਆਦਾ ਅਕਲ ਨਾਲ ਆਪਣੀ ਨਾਲ ਕੁਝ ਵੀ ਡਿੱਗ ਪੈਂਦੇ ਹੁੰਦੇ ਨੇ। ਹਾਂਜੀ। ਮਮ ਪ੍ਰਤਪਾਰਨ ਜੈ ਤੇਗੰ, ਮਮ ਪ੍ਰਤਪਾਰਨ, ਮੇਰਾ ਪ੍ਰਤਪਾਲ ਕਰਨ ਵਾਲੀ ਹੈ ਤੂੰ। ਜੈ ਤੇਗੰ, ਇਹ ਤੇਗ ਤੇਰੀ ਜੈ ਹੋਵੇ। ਤੂੰ ਤਾਂ ਮੇਰੀ ਪ੍ਰਤਪਾਲ ਕਰਦੀ ਹੈ, ਰੱਖਿਆ ਕਰਨ ਵਾਲੀ। ਮਮ ਪ੍ਰਤਪਾਰਨ ਜੈ ਤੇਗੰ, ਜੈ ਤੇਗੰ। ਉਹ ਹੈ ਤੇਗ। ਇਹ ਕੋਈ ਲੋਹੇ ਦੀ ਤਲਵਾਰ ਨਹੀਂ ਹੈ। ਜਿਹੜੇ ਲੋਹੇ ਦੀ ਤਲਵਾਰ ਬਣਦੇ ਨੇ ਉਹ ਮੂਰਖ ਨੇ, ਜੜ ਬੁੱਧੀ ਹੈ ਉਹਨਾਂ ਦੀ। ਲੋਹੇ ਦੀ ਤਲਵਾਰ ਸ੍ਰਿਸ਼ਟੀ ਪੈਦਾ ਕਰ ਦੂਗੀ। ਇਹ ਪੜੀਆਂ ਸ਼ਰਤਾਂ ਨੇ ਲੋਹੇ ਦੀ ਤਲਵਾਰ ਕਰ ਦੂ। ਲੋਹੇ ਦੀ ਤਲਵਾਰ ਤਾਂ ਸਾਡੇ ਹੱਥੇ ਚੱਲਣੀ ਹੈ, ਇਹ ਹੁਕਮ ਦੇ ਹੱਥੇ ਚੱਲਦੀ ਹੈ। ਜਿਨ੍ਹਾਂ ਨੂੰ ਇੰਨਾ ਨਹੀਂ ਸਮਝ ਹੈ ਉਹ ਟਿੱਪਣੀਆਂ ਗੜਗੜੀਆਂ ਕਰਦੇ ਨੇ। ਦੇਖ ਲਓ ਨਾ, ਸਾਰੇ ਲੋਕ, ਸੰਗਤ ਸਾਰੀ, ਸਿੱਖ ਸੰਗਤ ਸਾਰੀ ਦੇਖ ਲੂ, ਹੋਰ ਪਬਲਿਕ ਵੀ ਸਾਰੀ ਦੁਨੀਆ ਦੇਖ ਲੂ ਵੀ ਕਿੱਡਾ ਅਕਲਮੰਦ ਨੇ ਇਹ। ਕੀ ਹੈ ਇਹਨਾਂ ਦੇ ਪੱਲੇ? ਗੱਲ ਕੀ ਹੈ? ਤੁਸੀਂ ਬਣਾਈ ਕੀ ਬੈਠੇ ਹੋ, ਉਹਦੀ ਕੀ ਬੈਠੇ ਹੋ? ਤੁਹਾਨੂੰ ਨਹੀਂ ਸਮਝ ਸੀ, ਚੁੱਪ ਕਰ ਰਹਿੰਦੇ, ਕਿਸੇ ਸਿਆਣੇ ਦੇ ਪੁੱਛ ਲੈਂਦੇ, ਖੋਜ ਕਰ ਲੈਂਦੇ ਵੀ ਭਾਈ ਕਿਸੇ ਨੂੰ ਪਤਾ ਹੈ। ਹੋਰ ਵੀ ਤਾਂ ਖੋਜ ਕਰਦੇ ਰਹੇ ਨੇ, ਹੁਣ ਸਹੀ ਖੋਜੀ ਰਹੇ ਨੇ, ਖੋਜ ਕਰਦੇ। ਪਤਾ ਨਹੀਂ ਲੱਗਿਆ, ਜਿੰਨਾ ਕੁ ਪਤਾ ਲੱਗ ਗਿਆ, ਪਰ ਰੌਲਾ ਤਾਂ ਕਿਸੇ ਨੇ ਨਹੀਂ ਪਾਇਆ ਨਾ, ਵਿਰੋਧ ਤਾਂ ਕਿਸੇ ਨੇ ਨਹੀਂ ਕੀਤਾ। ਨਹੀਂ ਸੀ ਪਤਾ ਅਰਥਾਂ ਦਾ, ਸਾਨੂੰ ਵੀ ਨਹੀਂ ਸੀ ਪਤਾ, ਪਿੱਛੇ ਵਾਲਿਆਂ ਨੂੰ ਵੀ ਨਹੀਂ ਸੀ ਪਤਾ। ਖੋਜ ਕਰਦੇ ਰਹੇ, ਖੋਜ ਤੇ ਪਤਾ ਲੱਗ ਜੂਗਾ। ਕਬੀਰ ਖੋਜ ਕਰਦਾ ਰਿਹਾ, ਖੋਜ ਕਰ ਲਈ। ਗੁਰੂ ਨਾਨਕ ਨੇ ਖੋਜ ਕੀਤੀ, ਫਿਰ ਕਿਆ ਖੋਜੀ ਉਪਜੈ ਬਾਦੀ ਬਿਨਸਨ। ਤੂੰ ਤਾਂ ਬਾਦ ਖੜਾ ਕਰ ਲਿਆ। ਬਾਦ ਨਾਲ ਅਕਲ ਨਾਸ ਹੋ ਜਾਂਦੀ ਹੁੰਦੀ ਹੈ, ਗੁਰਬਾਣੀ ਕਹਿੰਦੀ ਹੈ। ਤੁਸੀਂ ਬਾਦ ਖੜਾ ਕੀਤਾ, ਇਹਦਾ ਮਤਲਬ ਨਾਸ ਅਕਲ ਦਾ ਥੋੜੀ ਦਾ ਹੋਏ ਜਾਣਾ। ਅਕਲ ਹੈ ਹੀ ਨਹੀਂ ਤੁਹਾਡੀ, ਨਾਸ ਵਾਲੀ ਆ ਇਹ। ਅਕਲੇ ਨਹੀਂ ਮੰਨਦੀ ਗੁਰਬਾਣੀ ਇਹਨੂੰ। ਜਿਹੜੀ ਬਾਦ ਕਰਨ ਵਾਲੀ ਅਕਲ ਹੋਵੇ ਉਹਨੂੰ ਅਕਲ, ਗੁਰਬਾਣੀ ਅਕਲੇ ਨਹੀਂ ਮੰਨ ਰਹੀ। ਅਕਲ ਨਹੀਂ, ਇਹ ਨਾ ਆਖੀਏ
ਅਕਲ ਗਵਾਵਾ ਬਾਦ। ਉਹ ਅਕਲਮੰਦ ਆਦਮੀ ਨਹੀਂ ਹੈ ਜਿਹੜਾ ਬਾਦ ਚ ਆਪਣੀ ਅਕਲ ਗਵਾ ਲਵੇ। ਇਹ ਗੁਰਬਾਣੀ ਦਾ ਫਰਮਾਨ, ਇਸ ਫਰਮਾਨ ਦੇ ਮੁਤਾਬਕ ਇਹ ਬੁੱਧੀਹੀਨ, ਜਿਨ੍ਹਾਂ ਨੇ ਬਾਦ ਖੜਾ ਕੀਤਾ ਬੁੱਧੀਹੀਨ। ਰੱਬ ਦੇ ਕੋਈ ਆਦਮੀ ਨਾਲ ਮੈਂ ਤੈਨੂੰ ਸਮਝਾਇਆ ਦਿੱਤਾ ਸਾਰੀ ਗੱਲ ਵੀ 10 ਵਾਰਾਂ ਤੇ ਠੀਕ ਹੈ। ਮੇਰੇ ਨਾਲ ਤਾਂ ਗੱਲ ਹੋ ਲਈ ਇਹਦੀ ਪਹਿਲਾਂ, ਮੈਂ ਕਿਹਾ ਮੈਂ ਸਾਬਤ ਕਰ ਰਿਹਾ ਸਾਰਾ ਹੀ ਵੀ ਠੀਕ ਹੈ। ਤੈਨੂੰ ਨਹੀਂ ਪਤਾ ਕਸਰਾ ਵੀ ਹੈ, ਤੂੰ ਕਾਲੇ ਵਾਲ ਨੂੰ ਚੱਕੀ ਫਿਰਦਾ ਦੁੱਖੀ ਜੀ ਨੂੰ ਕੀ ਪਤਾ ਉਹਨੂੰ। ਉਹ ਤਾਂ ਸਾਜ਼ਿਸ਼ ਕਰਤਾ ਸੀ ਬਹੁਤ, ਉਹ ਤਾਂ ਸ਼ਰਾਰਤੀ ਆਦਮੀ ਸੀ, ਸ਼ਰਾਰਤ ਖੜੀ ਕਰਨੀ ਦੀ ਕਰਤੀ ਉਹਨੇ।